ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਚੌਥਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 59। ਸਰਹੰਦ ਪ੍ਰਾਂਤ ਦਾ ਬੰਦੋਬਸਤ ਅਤੇ ਜਗੀਰਦਾਰੀ ਪ੍ਰਥਾ ਖਤਮ। ਸਰਹੰਦ ਪ੍ਰਾਂਤ ਦੇ ਉਸ ਵੇਲੇ 25 ਪਰਗਣੇ ਸਨ। ਇਹ ਸਤਲੁਜ ਅਤੇ ਜਮਨਾ ਦੋਹਾਂ ਦਰਿਆਵਾਂ ਦੇ ਵਿਚਕਾਰ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਲੈ ਕੇ ਕੁੰਜਪੁਰਾ, ਕਰਨਾਲ ਅਤੇ ਕੈਥਲ ਤੱਕ ਫੈਲਿਆ ਹੋਇਆ ਸੀ। ਇਸ ਦੀ ਸਾਲਾਨਾ ਮਾਲਗੁਜ਼ਾਰੀ 52 ਲੱਖ ਸੀ ਤੇ ਇਹ ਬਾਵਣੀ ਸਰਹੰਦ ਵੱਜਦੀ ਸੀ। ਇਹ 12 ਮਈ 1970 ਨੂੰ ਫਤਿਹ ਹੋ ਕੇ ਸਿੱਖਾਂ ਦੇ ਕਬਜ਼ੇ ਵਿੱਚ ਆ ਗਈ। ਰਾਜ ਕਰੇਗਾ ਖਾਲਸਾ ਦਾ ਨਾਅਰਾ ਸਿੰਘਾਂ ਸਾਕਾਰ ਕਰ ਦਿੱਤਾ। ਬਾਜ ਸਿੰਘ ਨੂੰ ਸਰਹੰਦ ਦਾ ਗਵਰਨਰ ਬਣਾਇਆ ਅਤੇ ਆਲੀ ਸਿੰਘ ਨੂੰ ਉਸ ਦਾ ਸਹਾਇਕ ਥਾਪਿਆ ਗਿਆ। ਇਹਨਾਂ ਦੀ ਪ੍ਰਮੁੱਖ ਜ਼ਿੰਮੇਵਾਰੀ ਸੀ ਕਿ ਜੰਮੂ ਅਤੇ ਲਾਹੌਰ ਦੀਆਂ ਫੌਜਾਂ ਨੂੰ ਇਸ ਵੱਲ ਵਧਣੋਂ ਰੋਕਣਾ। ਸਮਾਣਾ ਫਤਿਹ ਸਿੰਘ ਦੇ ਤਹਿਤ ਕੀਤਾ ਗਿਆ। ਬਾਜ ਸਿੰਘ ਦੇ ਭਰਾ ਰਾਮ ਸਿੰਘ ਨੂੰ ਥਾਣੇਸਰ ਦਾ ਹਾਕਮ ਥਾਪਿਆ ਅਤੇ ਵਿਨੋਦ ਸਿੰਘ ਨੂੰ ਉਸ ਦਾ ਵਜ਼ੀਰ ਮਾਲ ਨਿਯੁਕਤ ਕੀਤਾ ਗਿਆ ਅਤੇ ਨਾਲ ਹੀ ਉਸ ਨੂੰ ਕਰਨਾਲ ਅਤੇ ਪਾਣੀਪਤ ਦਾ ਪ੍ਰਬੰਧ ਸੌਂਪਿਆ ਗਿਆ। ਉਸ ਦੀ ਵੱਡੀ ਡਿਊਟੀ ਦਿੱਲੀੋਂ ਆਉਣ ਵਾਲੀ ਸੜਕ ਦੀ ਰਾਖੀ ਸੀ ਕਿ ਇਸ ਪਾਸਿਓਂ ਦੁਸ਼ਮਣ ਅੱਗੇ ਨਾ ਆਵੇ। ਇਹ ਕਰੜੇ ਪ੍ਰਬੰਧ ਕਰਕੇ ਬਾਬਾ ਬੰਦਾ ਸਿੰਘ ਲੋਹਗੜ੍ਹ ਦੇ ਕਿਲੇ ਵੱਲ ਹਟ ਗਿਆ। ਜਿੰਨਾ ਇਲਾਕਾ ਕੇਸਰੀ ਨਿਸ਼ਾਨ ਥੱਲੇ ਸਿੰਘਾਂ ਦੇ ਪ੍ਰਬੰਧ ਹੇਠ ਆਇਆ, ਹਿੰਦੂਆਂ ਦੇ ਗਲੋਂ ਗੁਲਾਮੀ ਦੀ ਲਾਹਨਤ ਦੇ ਜੱਜੀਏ ਦੇ ਛੱਟ ਲਾ ਦਿੱਤੀ ਗਈ। ਸਾਰੀ ਜ਼ਮੀਨ ਵੱਡੇ ਵੱਡੇ ਮੁਗਲ ਸੱਯਦ ਅਤੇ ਅਫਗਾਨ ਸਰਦਾਰ ਮੱਲੀ ਬੈਠੇ ਸਨ ਅਤੇ ਜਗੀਰਦਾਰੀ ਸਿਸਟਮ ਤਹਿਤ ਜਨਤਾ ਬੁਰੀ ਤਰ੍ਹਾਂ ਪਿਸ ਰਹੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਜਗੀਰਦਾਰੀ ਦਾ ਕੋਡ ਸਦਾ ਲਈ ਖਤਮ ਕਰਕੇ ਹਲ ਵਾਹਕ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ। ਗੁਲਾਮੀ, ਜਜੀਆ, ਜਗੀਰਦਾਰੀ ਅਤੇ ਮੁਗਲਾਂ ਦੀ ਆਕੜਖਾਨੀ ਨੂੰ ਧਰਤੀ ਤੋਂ ਚੱਲਦੇ ਕੀਤਾ। ਦੱਬੀ ਕੁਚਲੀ ਲੁਕਾਈ ਅਤੇ ਵਿਸ਼ੇਸ਼ ਤੌਰ ਤੇ ਮੁਸਲਮਾਨਾਂ ਦੇ ਯਕੀਨ ਵਰਗੇ ਵਹਿਮ ਨੇ ਕਿ ਇਸਲਾਮੀ ਲਸ਼ਕਰ, ਜਿਸ ਵਿੱਚ ਮੁਗਲ, ਸੱਯਦ, ਪਠਾਨ ਅਤੇ ਰੰਗੜ ਤੇਗਾਂ ਮਾਰਨ ਵਾਲੇ ਹੋਣ, ਉਸ ਨੂੰ ਦੁਨੀਆ ਦੀ ਕੋਈ ਤਾਕਤ ਜਿੱਤ ਨਹੀਂ ਸਕਦੀ, ਸੋਚ ਨੂੰ ਸਥਿਰ ਕਰ ਛੱਡਿਆ ਸੀ। ਅੱਲਾ ਅਤੇ ਰਸੂਲ ਹਮੇਸ਼ਾ ਉਹਨਾਂ ਵੱਲ ਹੁੰਦੇ ਹਨ। ਕਿਸੇ ਦੀ ਕੀ ਮਜਾਲ ਕਿ ਇਸ ਰਾਜ ਦੇ ਮੂੰਹ ਆਵੇ। ਇਸ ਵਹਿਮ ਦੇ ਗ੍ਰਸੇ ਹੋਏ ਹਿੰਦੂ ਸਾਹਸਹੀਨ ਅਤੇ ਅਣਖਹੀਣ ਹੋਏ ਮੂਧੇ ਮੂੰਹ ਪਏ ਮਾਰ ਖਾਈ ਜਾਂਦੇ ਸਨ। ਹਾਕਮ ਅਤੇ ਆਮਲ ਇਸ ਅਜਿੱਤ ਹੋਣ ਦੇ ਅਕੜੇਵੇਂ ਫਟੇਵੇਂ ਵਿੱਚ ਰੱਬ ਭੁਲਾਈ ਬੈਠੇ ਸਨ। ਅੱਲਾ ਅਤੇ ਰਸੂਲ ਨੂੰ ਆਪਣਾ ਪੱਖੀ ਬਣਾ ਕੇ ਬੇਉੜਕਾ ਜ਼ੁਲਮ ਢਾ ਰਹੇ ਸਨ। ਵਾਸਤਵ ਵਿੱਚ ਗਰੀਬ ਮੁਸਲਮਾਨ ਵੀ ਹਿੰਦੂਆਂ ਵਾਂਗ ਹੀ ਇਸ ਚੱਕੀ ਵਿੱਚ ਪਿਸ ਰਿਹਾ ਸੀ। ਇਹ ਧੱਕੇਸ਼ਾਹੀ ਅੱਲਾ ਪਾਕ ਦੇ ਨਾਂ ਤੇ ਆਪਣੇ ਨਾਪਾਕ ਨਿਸ਼ਾਨਿਆਂ ਲਈ ਬੜੀ ਢੀਠਤਾਈ ਨਾਲ ਵਰਤ ਰਹੇ ਸਨ ਅਤੇ ਬੇਆਸਰਿਆਂ ਅਤੇ ਕਹਿਰ ਤੋੜ ਰਹੇ ਸਨ, ਪਰ ਆਪ ਅੱਲਾ ਦਾ ਭੈ ਆਪਣੇ ਮਨ ਵਿੱਚ ਨਹੀਂ ਸਨ ਮਨਾਉਂਦੇ। ਬੁੱਲੇ ਸ਼ਾਹ ਨੇ ਇਸ ਦੁਰਦਸ਼ਾ ਨੂੰ ਆਪਣੇ ਸੰਕੇਤ ਨਾਲ ਜੋੜਿਆ ਹੈ। ਮੈਂ ਗੱਲ ਉੱਥੇ ਦੀ ਕਰਦਾ ਹਾਂ, ਪਰ ਗੱਲ ਕਰਦਾ ਵੀ ਡਰਦਾ ਹਾਂ। ਸਮੇਂ ਦੀ ਨਬਜ਼ ਪਛਾਣਨ ਵਾਲਾ ਭਲੀ ਭਾਂਤ ਸਮਝ ਸਕਦਾ ਹੈ ਕਿ ਉਸ ਵੇਲੇ ਕੀ ਵਾਪਰ ਰਹੀ ਹੋਵੇਗੀ। ਉਸ ਵੇਲੇ ਦੀ ਹਾਲਤ ਵਿੱਚ ਸਮਾਜਿਕ ਕੁਰੀਤੀਆਂ, ਜ਼ੁਲਮ, ਜ਼ਬਰ ਭਰੀਆਂ ਰਾਜਸੀ ਘਟਨਾਵਾਂ, ਮਜ਼ਬਹਾਂ, ਜਨੂੰਨ ਅਤੇ ਪਖੰਡਾਂ ਵੱਲ ਸਾਈਂ ਜੀ ਇਸ਼ਾਰਾ ਕਰਦੇ ਹਨ। ਬੁੱਲਿਆ ਧਰਮਸ਼ਾਲਾ ਤੜਵਾਈ ਰਹਿੰਦੇ, ਠਾਕਰ ਦੁਆਰੇ ਠੱਗ, ਵਿੱਚ ਮਸੀਤਾਂ ਕੁਸੱਤੀਏ ਰਹਿੰਦੇ, ਆਸ਼ਕ ਰਹਿਣ ਅਲੱਗ। ਅਤੇ ਬੁੱਲਿਆ ਮੁੱਲਾਂ ਅਤੇ ਮਸ਼ਾਲਚੀ ਦੋਹਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ, ਆਪ ਹਨੇਰੇ ਨਿੱਤ। ਫਿਰ ਮਜ਼ਹਬ ਦੇ ਨਾਂ ਤੇ ਭੜਕਾਉਣ ਵਾਲਿਆਂ ਨੂੰ, ਜੋ ਸਿੱਧੇ ਸਾਧੇ ਮੁਸਲਮਾਨਾਂ ਨੂੰ ਗਾਜੀ ਬਣਾ ਕੇ ਗੈਰ ਮੁਸਲਮਾਨਾਂ ਦਾ ਸਫਾਇਆ ਕਰਨ ਦੀ ਤੁਖਣਾ ਦਿੰਦੇ ਹਨ, ਇੰਜ ਸੰਬੋਧਨ ਕਰਦੇ ਹਨ ਅਤੇ ਮਾਸੂਮ ਮੁਸਲਮਾਨਾਂ ਨੂੰ ਵੀ ਹਦਾਇਤ ਕਰਦੇ ਹਨ, ਬੁੱਲਿਆ ਜੇ ਤੂੰ ਗਾਜੀ ਬਣਨਾ, ਲੱਕ ਬੰਨ੍ਹ ਤਲਵਾਰ, ਪਹਿਲਾਂ ਰੰਗੜ ਮਾਰ ਕੇ ਪਿੱਛੋਂ ਕਾਫਰ ਮਾਰ। ਕੀ ਮੁਸਲਮਾਨ ਅਤੇ ਕੀ ਹਿੰਦੂ ਜਰਵਾਣੇ ਹਾਕਮਾਂ ਦੀ ਚੱਕੀ ਵਿੱਚ ਕਿਵੇਂ ਪਿਸ ਰਹੇ ਸਨ। ਉਹਨਾਂ ਕਸੂਰ ਸ਼ਹਿਰ ਵਿੱਚ ਵਿਆਪਕ ਸਥਿਤੀ ਵੱਲ ਸੰਕੇਤ ਕਰਦਿਆਂ ਕਿਹਾ ਹੈ, ਕਸੂਰ ਬੇਦਸਤੂਰਾ ਹੈ।
ਉੱਥੇ ਨਿਰੇ ਪਾਪ ਹੀ ਹੁੰਦੇ ਹਨ, ਕੋਈ ਨੇਕ ਕੰਮ ਨਹੀਂ ਹੁੰਦਾ ਅਤੇ ਨਾ ਕੋਈ ਦਸਤੂਰ ਹੀ ਲਾਗੂ ਹੈ। ਨਿਰੋਲ ਸੀਨਾ ਜੋਰੀ ਅਤੇ ਬੁਰਛੇਗਰਦੀ ਦਾ ਦੌਰ ਹੈ। ਬੁੱਲਾ ਕਸਰ ਨਾਮ ਕਸੂਰ ਹੈ, ਉੱਥੇ ਮੂੰਹੋਂ ਨ ਸਕਣ ਬੋਲ, ਉੱਥੇ ਸੱਚੇ ਗਰਦਨ ਮਾਰੀਏ, ਉੱਥੇ ਝੂਠੇ ਕਰਨ ਕਲੋਲ। ਅੱਗੇ ਹੋਰ ਸੁਣੋ। ਬੁੱਲਿਆ ਕਸੂਰ ਬੇਦਸਤੂਰ, ਉੱਥੇ ਜਾਣਾ ਬਣਿਆ ਜ਼ਰੂਰ, ਨਾ ਕੋਈ ਪੁੰਨ ਨਾ ਦਾਨ ਹੈ, ਨਾ ਕੋਈ ਲਾਗੂ ਦਸਤੂਰ। ਇਹ ਦੇਗ ਵਿੱਚੋਂ ਇੱਕ ਦਾਣਾ ਟੋਹਣ ਵਾਲੀ ਗੱਲ ਹੈ। ਕਿਹੋ ਜਿਹਾ ਰਾਜ ਪ੍ਰਬੰਧ ਹੋਵੇਗਾ, ਕਿਹੋ ਜਿਹਾ ਮੁਫਤੀ ਮਲਾਣਿਆਂ ਅਤੇ ਕਾਜ਼ੀਆਂ ਨੇ ਹਕੂਮਤ ਦੇ ਮੋਢਿਆਂ ਤੇ ਚੜ੍ਹ ਕੇ ਤੁਅੱਸਬ ਦਾ ਤਾ ਦੇ ਕੇ ਲੋਕਾਂ ਦਾ ਨੱਕ ਵਿੱਚ ਦਮ ਕੀਤਾ ਹੋਵੇਗਾ ਕਿ ਬੁੱਲੇ ਸ਼ਾਹ ਵਰਗਾ ਸੂਫੀ ਸੰਤ ਆਪਣਾ ਦਮ ਘੁੱਟਦਾ ਮਹਿਸੂਸ ਕਰਦਾ ਹੈ ਅਤੇ ਬਿਲਬਲਾ ਉੱਠਦਾ ਹੈ। ਇਸਲਾਮ ਵਿੱਚ ਸਿੱਕਾ ਮੁਲਾਣੇ ਦਾ ਹੀ ਚੱਲਦਾ ਰਿਹਾ ਹੈ। ਇਸਲਾਮ ਦੀ ਸਿੱਖਿਆ ਭਾਵੇਂ ਕੁਝ ਵੀ ਕਿਉਂ ਨਾ ਹੋਵੇ, ਪਰ ਅੱਜ ਤੱਕ ਗੱਲ ਪ੍ਰਵਾਨ ਉਹ ਹੋਈ ਹੈ ਜਿਸ ਦੀ ਵਿਆਖਿਆ ਮੁਲਾਣੇ ਮੌਲਵੀ ਨੇ ਆਪਣੀ ਮਰਜ਼ੀ ਨਾਲ ਜਿਵੇਂ ਚਾਹਿਆ ਕੀਤੀ ਹੈ। ਸੂਫੀ ਸੰਤ ਜੋ ਸਰਬੱਤ ਦੇ ਭਲੇ ਦੇ ਧਾਰਨੀ ਸਨ, ਮੁਲਾਣੇ ਦਾ ਟਾਕਰਾ ਨਹੀਂ ਸਨ ਕਰ ਸਕਦੇ। ਜਿੱਥੇ ਅਤੇ ਜਦ ਕੋਈ ਹੌਸਲਾ ਕਰਕੇ ਉਭਾਸਰਿਆ, ਜਿਉਂਦੇ ਦੀ ਖੱਲ ਲੁਹਾ ਦਿੱਤੀ ਜਾਂ ਸੂਲੀ ਤੇ ਟੰਗ ਦਿੱਤਾ। ਸ਼ਰਾਹ ਦੀ ਛੁਰੀ ਨਾਲ ਅਨੇਕਾਂ ਗਰਦਨਾਂ ਕੱਟੀਆਂ ਗਈਆਂ। ਬ੍ਰਾਹਮਣ, ਮੁਲਾਣੇ ਅਤੇ ਪਾਦਰੀ ਮਾਨਵਤਾ ਨੂੰ ਪਲੇਗ ਬਣ ਕੇ ਚਿੰਬੜੇ ਹੋਏ ਹਨ। ਇਸਲਾਮੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਖੂਨ ਇਸਲਾਮੀ ਰਾਜ ਦੀ ਸਥਾਪਨਾ ਤੋਂ ਬਾਅਦ ਮੁਲਾਣੇ ਹੱਥੋਂ ਹਿੰਦੁਸਤਾਨ ਵਿੱਚ ਡੁੱਲਾ ਹੈ। ਤਲਵਾਰ ਬਾਦਸ਼ਾਹ ਦੀ ਅਤੇ ਪ੍ਰੇਰਨਾ ਅਤੇ ਹੱਲਾਸ਼ੇਰੀ ਮੁਲਾਣੇ ਦੀ। ਮੁਲਾਣੇ ਦੇ ਆਗਮਨ ਤੋਂ ਪਹਿਲਾਂ ਜੋ ਬ੍ਰਾਹਮਣਾਂ ਨੇ ਇਸ ਹਿੰਦੁਸਤਾਨ ਵਿੱਚ ਬੋਧੀਆਂ ਅਤੇ ਸ਼ੂਦਰਾਂ ਨਾਲ ਕੀਤੀ, ਉਸ ਦੇ ਸਾਹਮਣੇ ਮੁਲਾਣਾ ਬੜਾ ਸਾਊ ਨਜ਼ਰ ਆਉਂਦਾ ਹੈ। ਹਿੰਦੁਸਤਾਨ ਵਿੱਚ ਇਸਲਾਮੀ ਰਾਜ ਸਦੀਵੀ ਅਤੇ ਅਟੱਲ ਹੈ ਅਤੇ ਮੁਗਲਿਆ ਫੌਜ ਬੜੀ ਹੀ ਬਲਕਾਰ ਅਤੇ ਅਜਿੱਤ ਹੈ। ਇਹ ਵਹਿਮ ਭਰਮ ਜਿਸ ਨੂੰ ਮੁਸਲਮਾਨ ਅੱਲਾ ਮੀਆਂ ਦੀ ਦੇਣ ਅਤੇ ਚਟਾਨ ਵਰਗੀ ਸੱਚਾਈ ਅਤੇ ਹਿੰਦੂ ਮੱਥੇ ਦੇ ਲੇਖ ਸਮਝਦੇ ਸਨ, ਖਾਲਸਾ ਜੀ ਨੇ ਇਹ ਵਹਿਮ ਨੂੰ ਸਦਾ ਲਈ ਦੂਰ ਕਰ ਦਿੱਤਾ। ਨਾਰਲੌਣ, ਭਵਾਨੀ, ਹਿਸਾਰ, ਟੋਹਾਣਾ, ਸੋਨੀਪਤ, ਕੈਂਥਲ, ਸਮਾਣਾ, ਕੁੰਜਪੁਰਾ, ਕੁੜਾਮ, ਠਸਕਾ, ਦਾਮਲਾ, ਸ਼ਾਹਬਾਦ, ਮਾਰਕੰਡਾ, ਇਸਮਾਈਲਾਬਾਦ, ਮੁਸਤਫਾਬਾਦ, ਸਟੋਰਾ, ਕਪੂਰੀ, ਅਜੀਜ਼ਾਬਾਦ ਅਤੇ ਫਿਰ ਸਰਹੰਦ ਵਿੱਚ ਇਸ ਅਜਿੱਤ ਫੌਜ ਦਾ ਖਾਲਸੇ ਨੇ ਦਮ ਤੋੜ ਸੁੱਟਿਆ ਅਤੇ ਦੁਨੀਆ ਨੂੰ ਦੱਸ ਦਿੱਤਾ ਕਿ ਮੁਗਲੀਆਂ ਅਤੇ ਅਫਗਾਨੀ ਤਲਵਾਰਾਂ ਨਾਲੋਂ ਖਾਲਸੇ ਦੀ ਤੇਗ ਦੀ ਕਾਟ ਕਿਤੇ ਜ਼ਿਆਦਾ ਹੈ। ਨੰਬਰ 1, ਸਮਾਣਾ। ਸਮਾਣਾ ਬੰਦਾ ਸਿੰਘ ਬਹਾਦਰ ਨੂੰ ਬੁਰੀ ਤਰ੍ਹਾਂ ਰੜਕਦਾ ਸੀ। ਸਿੰਘ ਸਮਾਣਾ ਅਤੇ ਸਰਹੰਦ ਨੂੰ ਸੀਨੇ ਦੇ ਸੱਲ ਸਮਝਦੇ ਸਨ ਅਤੇ ਜਿੰਨਾ ਚਿਰ ਇਹਨਾਂ ਨਾਲ ਹਿਸਾਬ ਸਾਵਾਂ ਨਾ ਕਰ ਲਿਆ ਜਾਵੇ, ਉਹਨਾਂ ਨੂੰ ਚੈਨ ਨਹੀਂ ਸੀ। ਸੈਯਦ ਜਲਾਲਦੀਨ, ਜਿਸ ਨੇ ਜਲਾਦ ਬਣ ਕੇ ਜਿਸ ਨੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਸੀ, ਇੱਥੋਂ ਦਾ ਰਹਿਣ ਵਾਲਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਵਾ ਕਰਕੇ ਸਿਰ ਉਤਾਰਨ ਵਾਲੇ ਸ਼ਾਸਲ ਬੇਗ ਅਤੇ ਬਾਸ਼ਲ ਬੇਗ ਇਸ ਦੇ ਪੁੱਤਰ ਸਨ। ਸੈਯਦ ਅਲੀ ਹੁਸੈਨ, ਜਿਸ ਨੇ ਔਰੰਗਜ਼ੇਬ ਬਾਦਸ਼ਾਹ ਵੱਲੋਂ ਜਾ ਕੇ ਅਨੰਦਪੁਰ ਸਾਹਿਬ ਦੇ ਘੇਰੇ ਵੇਲੇ ਗੁਰੂ ਗੋਬਿੰਦ ਸਿੰਘ ਦੇ ਮੂਹਰੇ ਕੁਰਾਨ ਦੀ ਕਸਮ ਖਾਧੀ ਸੀ ਕਿ ਕਿਲ੍ਹਾ ਛੱਡਣ ਦੀ ਸੂਰਤ ਵਿੱਚ ਉਹਨਾਂ ਤੇ ਕੋਈ ਹਮਲਾ ਨਹੀਂ ਹੋਵੇਗਾ ਅਤੇ ਪਿੱਛੋਂ ਦਗਾ ਕਮਾਇਆ ਅਤੇ ਹੱਲਾ ਕਰਵਾਇਆ ਸੀ, ਉਹ ਵੀ ਇਸੇ ਸਮਾਣੇ ਦਾ ਸੀ। ਅਨੰਦਪੁਰ ਸਾਹਿਬ ਅਤੇ ਫਿਰ ਚਮਕੌਰ ਦੇ ਯੁੱਧਾਂ ਵਿੱਚ ਇੱਥੋਂ ਦਿਆਂ ਲੋਕਾਂ ਨੇ ਬੜੇ ਦੀਨੀ ਜੋਸ਼ੋ ਖਰੋਸ਼ ਨਾਲ ਹਿੱਸਾ ਲਿਆ ਸੀ। ਸਿੰਘਾਂ ਦੀ ਨਿਗਾਹ ਵਿੱਚ ਇਹ ਅਤੀ ਪਾਪੀ ਅਤੇ ਨਿਰਦਈ ਸ਼ਹਿਰ ਸੀ ਅਤੇ ਉਹ ਬੜੇ ਚਿਰ ਤੋਂ ਕਿਸੇ ਮੌਕੇ ਦੀ ਤਾੜ ਵਿੱਚ ਸਨ। ਅੰਤ ਉਹ ਸਮਾਂ ਆ ਪਹੁੰਚਿਆ। ਬੰਦਾ ਸਿੰਘ ਦੀ ਅਗਵਾਈ ਵਿੱਚ ਸਿੰਘਾਂ ਦਾ ਦਲ 26 ਨਵੰਬਰ 1709 ਈਸਵੀ ਨੂੰ ਇਸ ਪਾਪ ਦੀ ਨਗਰੀ ਤੇ ਕੜਕ ਪਿਆ। ਤੜਕਸਾਰ ਸ਼ਹਿਰ ਨੂੰ ਘੇਰ ਲਿਆ ਗਿਆ ਅਤੇ ਕੋਈ ਜੀਅ ਨਾ ਬਾਹਰ ਨਿਕਲਣ ਦਿੱਤਾ ਗਿਆ। ਸਭ ਤੋਂ ਪਹਿਲਾਂ ਜਲਾਲਦੀਨ ਦਾ ਪਰਿਵਾਰ, ਸ਼ਾਸਲ ਬੇਗ ਅਤੇ ਬਾਸ਼ਲ ਬੇਗ ਦਾ ਬਾਲ ਬੱਚਾ, ਖਾਸ ਤੌਰ ਤੇ ਸੈਯਦ ਅਲੀ ਹੁਸੈਨ ਦੀ ਸਾਰੀ ਆਲ ਔਲਾਦ ਫੜ ਕੇ ਉਹਨਾਂ ਮੂਹਰੇ ਕੀਮਾ ਕੀਮਾ ਕਰਕੇ ਅੱਗ ਵਿੱਚ ਸਾੜੇ ਗਏ। ਫਿਰ ਉਸੇ ਮਰਨੀ ਉਹਨਾਂ ਨੂੰ ਮਾਰਿਆ। ਸਾਰੇ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਦੁਪਹਿਰ ਤੋਂ ਪਹਿਲਾਂ ਪਹਿਲਾਂ ਬਹੁਤ ਸਾਰੀ ਵਸੋਂ ਤਲਵਾਰ ਦੇ ਘਾਟ ਉਤਾਰ ਦਿੱਤੀ ਗਈ। ਸਮਾਣੇ ਦਾ ਸ਼ਹਿਰ ਜ਼ਿਲ੍ਹਾ ਸੀ ਅਤੇ ਇਸ ਵਿੱਚ 9 ਪਰਗਣੇ ਸ਼ਾਮਿਲ ਸਨ। ਸਭ
ਦੌਲਤ ਸਮੇਟ ਲਈ ਗਈ ਅਤੇ ਫਤਿਹ ਸਿੰਘ ਨੂੰ ਇੱਥੋਂ ਦਾ ਹਾਕਮ ਥਾਪਿਆ ਗਿਆ। ਬੰਦਾ ਸਿੰਘ ਬਹਾਦਰ ਵੱਲੋਂ ਜਿੱਤੇ ਇਲਾਕੇ ਉੱਤੇ ਜੋ ਪਹਿਲਾਂ ਰਾਜਸੀ ਪ੍ਰਬੰਧ ਕਾਇਮ ਕੀਤਾ ਗਿਆ ਉਹ ਸਮਾਣਾ ਸੀ। ਸੋ ਸਮਾਣਾ ਖਾਲਸਾ ਰਾਜ ਦੀ ਪਹਿਲੀ ਰਾਜਸੀ ਇਕਾਈ ਸੀ। ਨੰਬਰ 2, ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਪੰਨਾ 353 ਅਨੁਸਾਰ ਕੁੰਜਪੁਰਾ, ਕੁੜਾਮ ਅਤੇ ਠਸਕਾ ਮੁਸਲਮਾਨ ਰੰਗੜਾਂ ਦੇ ਕਸਬੇ ਸਨ। ਇਹ ਰੰਗੜ ਬੜੇ ਬਦ ਅਤੇ ਆਚਰਣਹੀਣ ਲੋਕ ਸਨ। ਹਰ ਕਿਸਮ ਦਾ ਮਾੜਾ ਕਰਮ ਦਿਨ ਪ੍ਰਤੀ ਦਿਨ ਇਹਨਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕਿਆ ਸੀ। ਕਮਜ਼ੋਰਾਂ ਦੀ ਬਹੂ ਬੇਟੀਆਂ ਦੀ ਇੱਜ਼ਤ ਆਬਰੂ ਇਹਨਾਂ ਭਾਣੇ ਤੁੱਛ ਬਰਾਬਰ ਸੀ। ਬਲਾਤਕਾਰ ਨੂੰ ਇਹ ਲੋਕ ਸੂਰਮ ਗਤੀ ਗਿਣਦੇ ਸਨ। ਗੈਰ ਮੁਸਲਮਾਨ ਸਭ ਕੁਝ ਕਰੀ ਜਾਂਦੇ ਸਨ, ਪਰ ਵਿਰੋਧ ਵਿੱਚ ਉੱਠ ਕੇ ਇਹਨਾਂ ਨਾਲ ਦੋ ਹੱਥ ਕਰਨੇ ਤੋਂ ਸਭ ਡਰਦੇ ਸਨ। ਗਰੀਬ ਮੁਸਲਮਾਨ ਦੀ ਖੂਬਸੂਰਤ ਲੜਕੀ ਔਰਤ ਦਾ ਸੱਤ-ਪੱਤ ਭੰਗ ਕਰਨੋਂ ਵੀ ਨਹੀਂ ਸਨ ਚੂਕਦੇ। ਇਹਨਾਂ ਕਸਬਿਆਂ ਦੀ ਜੂਹ ਵਿੱਚ ਦੀ ਲੰਘਣ ਵਾਲੇ ਮੁਸਾਫਰ ਕਈ ਵਾਰ ਸੋਚ ਕੇ ਲੰਘਦੇ ਸਨ, ਸਿੰਘਾਂ ਨੇ ਇਹਨਾਂ ਰੰਗੜਾਂ ਦੀ ਉਹ ਬਾਬ ਕੀਤੀ ਜੋ ਇਹ ਕਬਰਾਂ ਵਿੱਚ ਪਏ ਕਿਆਮਤ ਤੱਕ ਯਾਦ ਰੱਖਣਗੇ। ਇਹਨਾਂ ਵਿੱਚ ਵੱਡੇ ਖੱਬੀ ਖਾਨ ਜੋ ਰੱਬ ਭੁਲਾਈ ਬੈਠੇ ਸਨ, ਫੜ ਕੇ ਨਰੜ ਲਏ ਗਏ। ਪਹਿਲਾਂ ਜ਼ੁਬਾਨਾਂ ਖਿੱਚ ਕੇ ਜੜੋਂ ਕੱਢੀਆਂ ਗਈਆਂ ਅਤੇ ਫਿਰ ਬਲਮਾਂ ਨਾਲ ਅੱਖਾਂ ਕੱਢੀਆਂ। ਪਿੱਛੋਂ ਜਿਉਂਦੇ ਅੱਗ ਵਿੱਚ ਸਾੜ ਦਿੱਤੇ ਗਏ। ਬਾਲ ਬਿਰਧ ਅਤੇ ਜਨਾਨੀਆਂ ਛੱਡ ਕੇ ਬਾਕੀ ਸਭ ਤਲਵਾਰਾਂ ਦੇ ਘਾਟ ਉਤਾਰ ਦਿੱਤੇ। ਨੰਬਰ 3, ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਪੰਨਾ 353 ਅਨੁਸਾਰ ਕੁੰਜਪੁਰਾ ਦੇ ਦਾਮਲਾ ਪਿੰਡ ਉਹਨਾਂ ਪਠਾਨਾਂ ਦੇ ਸਨ ਜੋ ਭੰਗਾਣੀ ਦੇ ਯੁੱਧ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਵਿਸ਼ਵਾਸਘਾਤ ਕਰਕੇ ਲੁੱਟਮਾਰ ਦੇ ਲਾਲਚ ਵਿੱਚ ਆ ਕੇ ਪਹਾੜੀ ਰਾਜਿਆਂ ਨਾਲ ਜਾ ਰਲੇ ਸਨ। ਇਹਨਾਂ ਚੋਂ ਬਹੁਤ ਸਾਰੇ ਮੈਦਾਨ ਵਿੱਚ ਸਿੰਘਾਂ ਦੇ ਹੱਥੋਂ ਮਾਰੇ ਗਏ। ਜੋ ਰਿਹਾ ਰਵੰਨਾ ਬਚਿਆ, ਉਸ ਨੇ ਮੈਦਾਨ ਵਿੱਚੋਂ ਨੱਸ ਕੇ ਜਾਨ ਬਚਾਈ। ਪਹਿਲਾਂ ਇਹ 500 ਪਠਾਨ ਔਰੰਗਜ਼ੇਬ ਦੀ ਸ਼ਾਹੀ ਫੌਜ ਵਿੱਚ ਭਰਤੀ ਸਨ। ਬਾਦਸ਼ਾਹ ਨੇ ਕਿਸੇ ਗੱਲੋਂ ਨਾਰਾਜ਼ ਹੋ ਕੇ ਇਹਨਾਂ ਨੂੰ ਸਜ਼ਾ ਦੇ ਕੇ ਫੌਜ ਵਿੱਚੋਂ ਕੱਢ ਦਿੱਤਾ ਅਤੇ ਢੰਡੋਰਾ ਫਰਵਾ ਦਿੱਤਾ ਕਿ ਇਹਨਾਂ ਨੂੰ ਹਿੰਦੁਸਤਾਨ ਵਿੱਚ ਕੋਈ ਮੂੰਹ ਨਾ ਲਾਵੇ ਅਤੇ ਨਾ ਹੀ ਇਹਨਾਂ ਨੂੰ ਕੋਈ ਆਪਣੇ ਪਾਸ ਨੌਕਰ ਰੱਖੇ। ਇਹ ਭੁੱਖੇ ਮਰਦੇ। ਸਾਈਂ ਬੁੱਧੂ ਸ਼ਾਹ ਜੀ ਪਾਸ ਸਢੋਰੇ ਅੱਪੜੇ ਅਤੇ ਰੋਜੀ ਕਮਾਉਣ ਲਈ ਕੋਈ ਬਿੱਧ ਬਣਾਉਣ ਲਈ ਬੇਨਤੀ ਕੀਤੀ। ਸਾਈਂ ਜੀ ਨੂੰ ਪਤਾ ਸੀ ਕਿ ਸਾਰੇ ਹਿੰਦੁਸਤਾਨ ਵਿੱਚ ਸਿਵਾਏ ਗੁਰੂ ਘਰ ਤੋਂ ਕਿਸੇ ਦਾ ਹੌਸਲਾ ਨਹੀਂ ਹੈ ਕਿ ਇਹਨਾਂ ਦੇ ਆੜੇ ਆਏ। ਉਹਨਾਂ ਦੀ ਗੁਰੂ ਘਰ ਤੇ ਅਥਾਹ ਸ਼ਰਧਾ ਅਤੇ ਗੁਰੂ ਗੋਬਿੰਦ ਰਾਏ ਜੀ ਨਾਲ ਗਹਿਰਾ ਪਿਆਰ ਸੀ। ਉਹ ਇਹ ਵੀ ਜਾਣਦੇ ਸਨ ਕਿ ਇਹਨਾਂ ਨੂੰ ਮੂੰਹ ਲਾਉਣਾ ਔਰੰਗਜ਼ੇਬ ਦੀ ਹੁਕਮ ਅਦੂਲੀ ਹੈ ਅਤੇ ਉਹ ਕਿੰਨਾ ਪੱਥਰ ਦਿਲ ਬੰਦਾ ਹੈ। ਗੁਰੂ ਘਰ ਜੋ ਨਿਧਰਿਆਂ ਦੀ ਧਿਰ ਅਤੇ ਨਿਆਸਰਿਆਂ ਦਾ ਆਸਰਾ ਹੈ, ਉਸ ਦੀ ਓਟ ਤਕਾ ਕੇ ਇਹਨਾਂ ਦੀ ਸਿਫਾਰਿਸ਼ ਕੀਤੀ। ਦਸ਼ਮੇਸ਼ ਜੀ ਭਲਾ ਆਪਣੇ ਬੇਲੀ ਦਾ ਕਿਹਾ ਕਿਵੇਂ ਟਾਲਦੇ। ਚੰਗੀਆਂ ਤਨਖਾਹਾਂ ਦੇ ਕੇ ਪੰਜੇ ਮੁਖੀ ਪਠਾਨ ਅਤੇ ਉਹਨਾਂ ਦੇ 500 ਸਿਪਾਹੀ ਆਪਣੇ ਪਾਸ ਰੱਖ ਲਏ। ਸਵਾਰ ਨੂੰ ਰੋਜ਼ ਦਾ 1 ਰੁਪਇਆ, ਸਰਦਾਰ ਨੂੰ 5 ਰੁਪਏ। ਕਾਲੇ ਖਾਨ ਭੀਖਣ ਖਾਨ ਹਯਾਤ ਕੁੰਜਪੁਰੇ ਦਾ ਵਾਸੀ ਸੀ। ਇਹ ਉਹ ਨਜਾਬਤ ਖਾਨ ਹੈ ਜੋ ਸੰਗੋਂ ਸ਼ਾਹ ਹੱਥੋਂ ਮਾਰਿਆ ਗਿਆ ਸੀ। ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਮਕ ਹਰਾਮੀ ਕਰਕੇ ਸ਼ਿਮਾਈਆਂ ਦੀ ਤਨਖਾਹ ਲੈ ਕੇ ਛੁੱਟੀ ਮੰਗ ਲਈ। ਦੀਵਾਨ ਨੰਦ ਚੰਦ ਰਾਹੀਂ ਸਤਿਗੁਰ ਨੇ ਕਿਹਾ ਕਿ ਤੁਸੀਂ ਸਿਪਾਹੀ ਹੋ, ਯੁੱਧ ਹੋਣ ਵਾਲਾ ਹੈ, ਜਰਾ ਵੇਖੋ ਅਤੇ ਵਿਖਾਓ ਹੱਥ। 2 ਕੁ ਮਹੀਨੇ ਰੁਕੋ, ਯੁੱਧ ਪਿੱਛੋਂ ਚਲੇ ਜਾਇਓ। ਪਠਾਨਾਂ ਅੱਗੋਂ ਕਿਹਾ ਕਿ ਸਾਡੇ ਧੀਆਂ ਪੁੱਤਾਂ ਦੇ ਨਿਕਾਹ ਹਨ। ਕੁਝ ਨੇ ਕਿਹਾ ਕਿ ਸਾਡੇ ਛੋਟੇ ਬੱਚਿਆਂ ਦੀਆਂ ਸੁੰਨਤਾਂ ਕਰਨੀਆਂ ਹਨ, ਅਸੀਂ ਤਾਂ 1 ਦਿਨ ਵੀ ਨਹੀਂ ਠਹਿਰ ਸਕਦੇ। ਇਹ ਅਕ੍ਰਿਤ ਘਣ ਤਾਂ ਰਾਜਿਆਂ ਨਾਲ ਪੱਕੀ ਪਕਾਈ ਬੈਠੇ ਸਨ, ਔਖੀ ਵੇਲੇ ਪਿੱਠ ਦੇ ਕੇ ਚੱਲਦੇ ਬਣੇ, ਪਰ ਗੁਰੂ ਘਰ ਕਿਸ ਦਾ ਮੁਤਾਜ ਹੈ। ਰਾਜਿਆਂ ਨੇ ਪਠਾਨਾਂ ਨੂੰ ਪਾੜਨ ਦਾ ਇਸ਼ਾਰਾ ਕੀਤਾ। ਫਤਿਹ ਸ਼ਾਹ ਨੇ ਵਜ਼ੀਰ ਰਤਨ ਚੰਦ ਅਤੇ ਭੀਮ ਚੰਦ ਦੇ ਵਜ਼ੀਰ ਪਰਮਾਨੰਦ ਨਾਲ ਗੁਪਤ ਗੱਲਬਾਤ ਚਲਾਈ। ਬਹੁਤ ਸਾਰਾ ਧਨ ਦੇਣ ਦਾ ਲਾਲਚ ਦੇ ਕੇ ਗੁਰੂ ਸਾਹਿਬ ਬਾਰੇ ਭੇਤ ਪੁੱਛਿਆ। ਇਹਨਾਂ ਲੂਣ ਹਰਾਮੀਆਂ ਕਿਹਾ ਕਿ ਇਹਨਾਂ ਬਿਨਾਂ ਗੁਰੂ ਪਾਸ ਕੋਈ ਲੜਨ ਵਾਲਾ ਨਹੀਂ। ਬਾਕੀ ਬਸ ਜੱਟ ਸ਼ੀਂਬੇ ਨਾਈ ਝਿਉਰ ਤਰਖਾਣ ਅਰੋੜੇ ਖੱਤਰੀ ਅਤੇ ਕਮੀਨ ਕਾਦੂ ਇਕੱਠਾ ਕੀਤਾ ਹੈ। ਕੁਝ ਸਾਧ ਫਕੀਰ ਹਨ ਜੋ ਸਿਰਫ ਲੰਗਰ ਛਕਣ ਵਾਲੇ ਹੀ ਹਨ। ਉਹਨਾਂ ਨੂੰ ਜੰਗ ਦੀ ਕੀ ਸਾਰ ਹੈ। ਜਦ ਠਾਠੂ ਹੋਈ ਇਹ ਸਭ
ਭੁਰੜ ਹੋ ਜਾਣਗੇ। ਅਸੀਂ ਹੱਥੋਂ ਹੱਥੀ ਗੁਰੂ ਜੀ ਨੂੰ ਫੜ ਲਵਾਂਗੇ। ਭੀਮ ਚੰਦ ਨੇ ਖੱਟ ਲੁੱਟੇ ਜਾਣ ਵੇਲੇ ਰਾਜਿਆਂ ਨੂੰ ਆਖਿਆ ਸੀ ਕਿ ਗੁਰੂ ਨੂੰ ਮਾਰ ਲਈਏ ਜਾਂ ਫੜ ਲੈ ਕੇ ਦਿੱਲੀ ਬਾਦਸ਼ਾਹ ਪਾਸ ਤੋਰ ਦਈਏ। ਉਹ ਆਪੇ ਉਸ ਨੂੰ ਉਸਦੇ ਪਿਓ ਪਾਸ ਪਹੁੰਚਾ ਦੇਵੇਗਾ। ਉਸ ਨੂੰ ਪਠਾਣਾਂ ਦੀਆਂ ਗੱਲਾਂ ਸੁਣ ਕੇ ਇਹ ਸੁਪਨਾ ਪੂਰਾ ਹੁੰਦਾ ਨਜ਼ਰ ਆਇਆ। ਪਠਾਣਾਂ ਨੂੰ ਕਿਉ ਸੂ ਕੀ ਮੂੰਹ ਮੰਗੇ ਇਨਾਮ ਦਿਆਂਗੇ। ਲੜਾਈ ਵਿੱਚ ਨਿੱਤ ਦਾ ਟੈਂਟਾ ਨਿਬੇੜ ਦਿਓ। ਪਠਾਣਾ ਬਣਵਾਇਆ ਕਿ ਗੁਰੂ ਸਾਹਿਬ ਦੇ ਡੇਰੇ ਦੀ ਲੁੱਟ, ਹਥਿਆਰ ਘੋੜੇ ਸਾਨੂੰ ਲੁੱਟਣ ਦੀ ਖੁੱਲ੍ਹ ਦਿੱਤੀ ਜਾਵੇ। ਭੀਮ ਚੰਦ ਨੇ ਖੁਸ਼ ਹੋ ਕੇ ਆਗਿਆ ਦਿੱਤੀ। ਹੋਣੀ ਕਿੱਡੀ ਪ੍ਰਬਲ ਹੈ। ਬਟੇਰੇ ਬਾਜਾਂ ਵੱਲ ਤੁਰ ਪਏ। ਯਾਦ ਰੱਖਿਆ ਜਾਵੇ ਕਿ ਕਾਲੇ ਖਾਨ ਪਠਾਨ ਆਪਣੇ ਧਰਮ ਤੇ ਰਿਹਾ। ਉਹ ਤੇ ਉਸਦੇ 100 ਸਾਥੀ ਨਹੀਂ ਗਏ। ਭੰਗਾਣੀ ਦੇ ਯੁੱਧ ਵਿੱਚ ਉਹਨਾਂ ਯਥਾ ਯੋਗ ਹਿੱਸਾ ਪਾਇਆ। ਬਾਕੀ ਚਾਰੇ ਨਮਕ ਹਰਾਮੀ ਮਾਰੇ ਗਏ ਅਤੇ 400 ਭਗੌੜੇ ਪਠਾਨ ਸਿੱਖਾਂ ਦੀਆਂ ਸਾਂਗਾਂ ਅਤੇ ਨੇਜਿਆਂ, ਭਾਲਿਆਂ, ਤੀਰਾਂ, ਗੋਲੀਆਂ ਦੇ ਨਿਸ਼ਾਨੇ ਬਣੇ ਕਾਫਿਰ ਹੋ ਕੇ ਮਰੇ। ਸੋ ਸਿੰਘਾਂ ਨੂੰ ਇਹਨਾਂ ਦਾਮਲੇ ਅਤੇ ਕੁੰਜਪੁਰੇ ਦੇ ਪਠਾਨਾਂ ਦੀ ਕਰਤੂਤ ਚੰਗੀ ਤਰ੍ਹਾਂ ਯਾਦ ਸੀ। ਇਹਨਾਂ ਨਮਕ ਹਰਾਮਾਂ ਦੇ ਪਿੰਡਾਂ ਨੂੰ ਇਸ ਲਈ ਚੰਗੀ ਤਰ੍ਹਾਂ ਸੋਧਿਆ ਗਿਆ। ਨੰਬਰ 4, ਸਢੌਰੇ ਦਾ ਹਾਕਮ ਉਸਮਾਨ ਅਲੀ ਬੜਾ ਤਵੱਸਬੀ ਅਤੇ ਹੈਂਕੜੇਬਾਜ਼ ਸੀ। ਉਸਨੇ ਸਾਈਂ ਬੁੱਧੂ ਸ਼ਾਹ ਨੂੰ ਗੁਰੂ ਗੋਬਿੰਦ ਰਾਏ ਦੀ ਭੰਗਾਣੀ ਦੇ ਯੁੱਧ ਵਿੱਚ ਸਹਾਇਤਾ ਕਰਨ ਦੇ ਸਬਬ ਫੜ ਕੇ ਬੜਾ ਕੋਹ ਕੇ ਮਾਰਿਆ ਸੀ। ਪਹਿਲਾਂ ਉਸ ਦੀ ਜਿਉਂਦੇ ਦੀ ਖੱਲ ਲਾਹੀ, ਫਿਰ ਟੁਕੜੇ ਟੁਕੜੇ ਕਰਕੇ ਸਾੜ ਦਿੱਤਾ ਸੀ। ਇਹ ਵੀ ਉਹਨਾਂ 42 ਦੁਸ਼ਟਾਂ ਦੀ ਲਿਸਟ ਵਿੱਚ ਸੀ। ਦੂਜਾ, ਇਸਨੇ ਹਿੰਦੂਆਂ ਦਾ ਜਿਉਣਾ ਹਰਾਮ ਕੀਤਾ ਹੋਇਆ ਸੀ। ਉਹਨਾਂ ਨੂੰ ਆਏ ਦਿਨ ਜਲੀਲ ਕਰਦਾ ਰਹਿੰਦਾ ਸੀ। ਜਦ ਬੰਦਾ ਸਿੰਘ ਨੇ ਸਢੌਰੇ ਤੇ ਹਮਲਾ ਕੀਤਾ ਤਾਂ ਮੁਲਾਣਿਆਂ ਦੇ ਭੂਏ ਚਾੜੇ ਸਭ ਪੱਗ ਬੰਨ੍ਹ ਅਤੇ ਬੁੱਢਿਆਂ ਤੱਕ ਹਾਲ ਹੂਲ ਕਰਦੇ ਉਸਮਾਨ ਅਲੀ ਦੀ ਫੌਜ ਨਾਲ ਖਾਲਸੇ ਦੇ ਟਾਕਰੇ ਲਈ ਬਾਹਰ ਨਿਕਲੇ। ਪਰ ਜਦ ਫਰਨ ਤਲਵਾਰਾਂ ਚੱਲਣ ਲੱਗੀਆਂ ਤਾਂ ਮੁਰਦੇ ਅਤੇ ਜ਼ਖਮੀ ਉੱਥੇ ਛੱਡ ਕੇ ਸ਼ਹਿਰ ਵਿੱਚ ਜਾ ਵੜੇ ਅਤੇ ਇੱਕ ਤਕੜੀ ਖੁੱਲ੍ਹੀ ਹਵੇਲੀ ਵਿੱਚ ਜਾ ਇਕੱਠੇ ਹੋਏ। ਸਿੰਘ ਵੀ ਮਗਰੇ ਆ ਗਏ ਅਤੇ ਉਹਨਾਂ ਦਾ ਸਿਰ ਨੱਪਿਆ ਅਤੇ ਸਾਰੇ ਇਸ ਹਵੇਲੀ ਵਿੱਚ ਹੀ ਇੱਕ ਵਾਢਿਓਂ ਕਤਲ ਕੀਤੇ ਗਏ। ਇਸ ਹਵੇਲੀ ਨੂੰ ਕਾਫੀ ਖਾਨ ਨੇ ਕਤਲਗੜੀ ਲਿਖਿਆ ਹੈ। ਅੱਜ ਕੱਲ੍ਹ ਇੱਥੇ ਜੈਨੀਆਂ ਨੇ ਕੁੜੀਆਂ ਦਾ ਹਾਇਰ ਸੈਕੰਡਰੀ ਸਕੂਲ ਬਣਾਇਆ ਹੋਇਆ ਹੈ। ਕੁਤਬ ਉਲ ਕਤਾਬ ਦਾ ਮਕਬਰਾ, ਜੋ ਨਕਟੀ ਨਦੀ ਵੱਲ ਜਾਂਦਿਆਂ ਸ਼ਹਿਰ ਵਿੱਚ ਪੱਛਮ ਵੱਲ ਹੈ, ਉਸ ਬਾਰੇ ਹਿੰਦੂਆਂ ਦੇ ਦਿਲ ਵਿੱਚ ਇਹ ਡਰ ਬਿਠਾਇਆ ਹੋਇਆ ਸੀ ਕਿ ਜੇ ਹਿੰਦੂ ਆਪਣਾ ਮੁਰਦਾ ਲੈ ਕੇ ਮਕਬਰੇ ਦੇ ਨਾਲ ਦੀ ਲੰਘਣਗੇ ਤਾਂ ਮੁਰਦਾ ਸੀੜੀ ਉੱਤੇ ਸੜੇਗਾ ਨਹੀਂ। ਹਿੰਦੂ ਡਰਦੇ ਇੱਧਰ ਨਦੀ ਵੱਲ ਨਾ ਜਾਂਦੇ ਅਤੇ ਆਪਣੇ ਮੁਰਦੇ ਚੜ੍ਹਦੇ ਪਾਸੇ ਲੈ ਕੇ ਜਾਂਦੇ ਸਨ। ਜਦ ਬੰਦਾ ਸਿੰਘ ਨੇ ਸਢੌਰਾ ਮਾਰ ਲਿਆ ਅਤੇ ਹਿੰਦੂਆਂ ਨੇ ਵੀ ਉਹਨਾਂ ਨੂੰ ਆਪਣੇ ਦੁੱਖ ਅਤੇ ਤਕਲੀਫਾਂ ਦੱਸੀਆਂ ਅਤੇ ਉਹਨਾਂ ਇਸ ਮਕਬਰੇ ਵਾਲੀ ਤਕਲੀਫ ਦੀ ਗੱਲ ਦੱਸੀ। ਤਵੱਸਵੀ ਮੁਸਲਮਾਨਾਂ ਦੀ ਇਹ ਬੜੀ ਹੈਂਕੜ ਨਾਲ ਫੈਲਾਈ ਗੱਲ ਸੀ। ਹਿੰਦੂਆਂ ਦਾ ਸਿੰਘਾਂ ਨੇ ਡਰ ਕੱਢਣ ਲਈ ਮੁਲਾਣਿਆਂ ਪਾਸੋਂ ਅਸਲੀਅਤ ਪੁੱਛੀ। ਉਹਨਾਂ ਸਮਝਿਆ ਸ਼ਾਇਦ ਖਾਲਸਾ ਵੀ ਇਸ ਵਹਿਮ ਦਾ ਸ਼ਿਕਾਰ ਬਣ ਜਾਵੇਗਾ। ਕੁਤਬ ਸਾਹਿਬ ਦੀਆਂ ਸ਼ਕਤੀਆਂ ਅਤੇ ਕਰਾਮਾਤਾਂ ਨੂੰ, ਜੋ ਸਿਰਫ ਉਹਨਾਂ ਅਤੇ ਵਹਿਮਾਂ ਭਰਮਾਂ ਦੇ ਗ੍ਰਸੇ ਬ੍ਰਾਹਮਣਾਂ ਅਤੇ ਬਾਣੀਆਂ ਖੱਤਰੀ ਸ਼ੂਦਰਾਂ ਦੇ ਮਨਾਂ ਨੂੰ ਜਕੜੀ ਬੈਠੀਆਂ ਸਨ, ਬੜਾ ਵਧਾ ਚੜ੍ਹਾ ਕੇ ਦੱਸਿਆ ਅਤੇ ਕਿਹਾ, ਹੱਥ ਕੰਗਣ ਕੋ ਆਰਸੀ ਕਿਆ, ਅਜਮਾਇਸ਼ ਕਰਕੇ ਵੇਖ ਲਵੋ। ਸਿੰਘਾਂ ਕਿਹਾ ਕਿ ਦੇਰ ਕਾਹਦੀ, ਹੁਣੇ ਕਰ ਲੈਂਦੇ ਹਾਂ। ਤੁਹਾਡਾ ਡਾਢਾ ਕਤਬ ਉਲ ਕਿਤਾਬ ਹਿੰਦੂਆਂ ਦੇ ਮੁਰਦੇ ਜੇ ਨਾਲ ਦੀ ਲੰਘ ਜਾਣ ਤਾਂ ਸੜਨ ਨਹੀਂ ਦਿੰਦੇ। ਅਸੀਂ ਉਹਦੀ ਕਬਰ ਸਮੇਤ ਮਕਬਰਾ ਸਾੜਾਂਗੇ। ਉਸ ਨੂੰ ਕਹਿਣਾ ਕਿ ਜਰਾ ਇਸ ਨੂੰ ਬਚਾ ਕੇ ਵਿਖਾਵੇ। ਅਸੀਂ ਆਏ ਕੀ ਆਏ, ਤੁਸੀਂ ਜਰਾ ਅਗਲਵਾਂਢੀ ਚੱਲ ਕੇ ਕਤਬੁਲ ਕਿਤਾਬ ਸਾਹਿਬ ਨੂੰ ਖਬਰਦਾਰ ਕਰ ਦਿਓ ਕਿ ਸਿੰਘ ਆ ਰਹੇ ਹਨ। ਆਪਣੀਆਂ ਸਾਰੀਆਂ ਸ਼ਕਤੀਆਂ ਇਕੱਠੀਆਂ ਕਰ ਲਵੇ, ਜਿਵੇਂ ਵੀ ਬਣਦਾ ਚਾਰਾ ਲਾ ਲਵੇ। ਬਸ ਫਿਰ ਦੇਰ ਕੀ ਸੀ। ਸਿੰਘ ਉੱਥੇ ਪਲ ਵਿੱਚ ਪਹੁੰਚ ਗਏ। ਸਿੰਘਾਂ ਨੇ ਹਿੰਦੂਆਂ ਮੁਸਲਮਾਨਾਂ ਦੋਹਾਂ ਤੋਂ ਮਕਬਰਾ ਸੁੱਕੇ ਬਾਲਣ ਨਾਲ ਭਰਵਾ ਕੇ ਲਾਂਬੂ ਲਾ ਦਿੱਤਾ। ਸ਼ਕਤੀਮਾਨ ਕਤਬੁਲ ਕਿਤਾਬ ਦੇ ਮਕਬਰੇ ਨੂੰ ਸੜਨ ਲੱਗਿਆਂ ਪਲ ਵੀ ਨਾ ਲੱਗਾ।
ਮੁਸਲਮਾਨਾਂ ਦੇ ਮਨਾਂ 'ਚੋਂ ਕਰਾਮਾਤ ਦਾ ਵਹਿਮ ਨਿਕਲ ਗਿਆ ਅਤੇ ਹਿੰਦੂਆਂ ਦੇ ਦਿਲਾਂ 'ਚੋਂ ਡਰ ਜਾਂਦਾ ਰਿਹਾ। ਮੈਂ 26 ਦਸੰਬਰ 1983 ਨੂੰ ਜਦ ਕਿ ਬੰਦਾ ਸਿੰਘ ਬਹਾਦਰ ਦੇ ਜੀਵਨ ਬਿਰਤਾਂਤ ਦੇ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਸੀ ਤਾਂ ਇਹਨਾਂ ਸਾਰੇ ਸੰਬੰਧਿਤ ਅਸਥਾਨਾਂ ਨੂੰ ਫਿਰ ਕੇ ਵੇਖ ਰਿਹਾ ਸਾਂ। ਇਹ ਸੜਿਆ ਮਕਬਰਾ ਵੇਖਿਆ ਸੀ। ਇਸ ਦੀ ਛੱਤ ਅੱਜ ਵੀ ਉਸੇ ਤਰ੍ਹਾਂ ਸੜੀ ਹੋਈ ਅਤੇ ਧੁਆਂਖੀ ਪਈ ਹੈ। ਕਪੂਰੀ ਦਾ ਨਵਾਬ ਕੁਦਮ ਖਾਨ ਵੀ ਬੜਾ ਬਦ ਅਤੇ ਵਿਭਚਾਰੀ ਸੀ। ਉਹਦੇ ਬਾਪ ਸੈਯਦ ਅਮਾਨੁੱਲਾ ਨੇ ਜਦ ਉਹ ਗੁਜਰਾਤ ਦਾ ਗਵਰਨਰ ਸੀ ਬੜਾ ਧਨ ਦੌਲਤ ਇਕੱਠਾ ਕਰਕੇ ਇੱਥੇ ਪਹੁੰਚਾ ਦਿੱਤਾ ਸੀ। ਫਿਰ ਉੱਥੋਂ ਆ ਕੇ ਇੱਕ ਬੜਾ ਆਲੀਸ਼ਾਨ ਮਹਿਲ ਬਣਵਾਇਆ ਅਤੇ ਉਸ ਨੂੰ ਬਹਿਸ਼ਤ ਮਹਿਲ ਦਾ ਨਾਂ ਦਿੱਤਾ ਹੋਇਆ ਸੀ। ਇਹ ਨਵਾਬ ਨੇ ਵੀ ਬੜੇ ਜ਼ੁਲਮ ਕੀਤੇ ਸਨ, ਪਰ ਇਸ ਦੇ ਪੁੱਤ ਨੇ ਤਾਂ ਅਸਲੋਂ ਅੱਤ ਚੁੱਕੀ ਹੋਈ ਸੀ। ਦੁਖੀ ਲੋਕਾਂ ਨੇ ਬਾਬਾ ਬੰਦਾ ਸਿੰਘ ਪਾਸ ਸਢੋਰੇ ਜਾ ਫਰਿਆਦ ਕੀਤੀ ਅਤੇ ਕਿਹਾ ਕਿ ਲੋਕਾਈ ਨੂੰ ਉਸ ਤੋਂ ਬਚਾਇਆ ਜਾਵੇ। ਬੰਦਾ ਸਿੰਘ ਨੇ ਤਖਤ ਸਿੰਘ ਦੁਲੱਟ ਨੂੰ ਸਿੰਘਾਂ ਦਾ ਇੱਕ ਦਸਤਾ ਦੇ ਕੇ ਭੇਜਿਆ। ਇਹਨਾਂ ਸਿੰਘਾਂ ਨੇ ਸੁੱਤੇ ਪਏ ਨੂੰ ਹੀ ਜਾਨ ਨੱਪਿਆ, ਸਾਰੀ ਦੌਲਤ, ਜੇਵਰ ਅਤੇ ਹੋਰ ਮਾਲ ਸਬਾਬ ਇਕੱਠਾ ਕਰ ਲਿਆ। ਕੁਦਮ ਖਾਨ ਸੋਧਿਆ ਗਿਆ। ਜ਼ਬਰਦਸਤੀ ਫੜੀਆਂ ਹੋਈਆਂ ਅਬਲਾਵਾਂ ਆਜ਼ਾਦ ਕਰਕੇ ਘਰੋਂ ਘਰੀ ਪਹੁੰਚਾਈਆਂ ਗਈਆਂ। ਬੰਦਾ ਸਿੰਘ ਨੇ ਕੁਦਮ ਖਾਨ ਦੇ ਬਹਿਸ਼ਤ ਮਹਿਲ 'ਚੋਂ ਹੱਥ ਲੱਗਾ ਧਨ ਪਦਾਰਥ ਲੋੜਵੰਦਾਂ ਵਿੱਚ ਵੰਡ ਦਿੱਤਾ। ਕੁਦਮ ਖਾਨ ਦਾ ਇਹ ਮਹਿਲ ਹੁਣ ਜ਼ਮੀਨ ਨਾਲ ਮਿਲ ਚੁੱਕਾ ਹੈ। ਕਿਤੇ ਕਿਤੇ ਇਸ ਦੀਆਂ ਬੁਨਿਆਦਾਂ ਦੀਆਂ ਜ਼ਮੀਨਾਂ ਦੇ ਬਰਾਬਰ ਇੱਟਾਂ ਅਜੇ ਵੀ ਨਜ਼ਰ ਆਉਂਦੀਆਂ ਹਨ। ਇਸ ਮਿੱਟੀ ਨਾਲ ਮਿਲ ਚੁੱਕੇ ਮਹਿਲ ਦੇ ਨਿਸ਼ਾਨ ਮੈਂ 27/12/1983 ਨੂੰ ਵੇਖੇ ਸਨ। ਇੱਥੇ ਹੁਣ ਤੱਕ ਬਹੁਤ ਸਾਰੇ ਪਾਕਿਸਤਾਨੋਂ ਆਏ ਸਿੱਖ ਘਰਾਣੇ ਬੈਠੇ ਹੋਏ ਹਨ। ਅਟਲ ਇਸਲਾਮੀ ਰਾਜ ਬੰਦਾ ਸਿੰਘ ਮੂਹਰੇ ਖਾਲਸੇ ਦੀ ਆਪਾ ਵਾਰੂ ਅਲੌਕਿਕ ਸਪਿਰਿਟ ਸਦਕਾ ਗੋਡਿਆਂ ਪਰਨੇ ਹੋ ਕੇ ਡਿੱਗਾ ਸੀ ਅਤੇ ਜਾਨ ਬਖਸ਼ੀ ਲਈ ਭੀਖ ਮੰਗ ਰਿਹਾ ਸੀ। ਸਰਹੰਦ ਦੇ ਹੋਰ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧਕੀ ਢਾਂਚਾ ਕਾਇਮ ਕਰਕੇ ਬੰਦਾ ਸਿੰਘ ਖਾਲਸਾਈ ਫੌਜ ਦੇ ਨਾਲ ਸਰਹੰਦੋਂ ਮਲੇਰਕੋਟਲੇ ਵੱਲ ਵਧਿਆ। ਸ਼ੇਰ ਮੁਹੰਮਦ ਖਾਨ ਦੇ ਟੱਬਰ ਕਬੀਲੇ ਦੀ ਸੁਧਾਈ ਕਰਨੀ ਬਾਕੀ ਸੀ। ਸ਼੍ਰੀ ਅਨੰਦਪੁਰ ਸਾਹਿਬ ਛੱਡਣ ਪਿੱਛੋਂ ਗੁਰੂ ਗੋਬਿੰਦ ਸਿੰਘ ਦੇ ਘਰ ਰਸੋਈ ਵਿੱਚ ਕੰਮ ਕਰਨ ਵਾਲੀ ਇੱਕ ਲੜਕੀ ਬੀਬੀ ਅਨੂਪ ਕੌਰ ਕਿਸੇ ਸਬੱਬ ਸ਼ੇਰ ਮੁਹੰਮਦ ਖਾਨ ਦੇ ਹੱਥ ਲੱਗ ਗਈ ਸੀ। ਉਹ ਉਸ ਨੂੰ ਜ਼ਬਰਦਸਤੀ ਮੁਸਲਮਾਨ ਕਰਨਾ ਚਾਹੁੰਦਾ ਸੀ। ਇਹ ਲੜਕੀ ਆਪਣੇ ਸਤ ਧਰਮ ਅਤੇ ਅਣਖ ਉੱਤੇ ਕਾਇਮ ਰਹੀ। ਸਤ ਧਰਮ ਅਤੇ ਅਣਖ ਆਬਰੂ ਬਚਾਉਣ ਲਈ ਕੋਈ ਪੇਸ਼ ਨਾ ਜਾਂਦੀ ਵੇਖ ਕੇ ਅਤੇ ਬਚ ਨਿਕਲਣ ਦੇ ਸਾਰੇ ਰਸਤੇ ਬੰਦ ਪਾ ਕੇ ਆਪਣੇ ਗਾਤਰੇ ਵਾਲੀ ਛੋਟੀ ਕਿਰਪਾਨ ਨਾਲ ਆਤਮ ਹੱਤਿਆ ਕਰ ਲਈ। ਸ਼ੇਰ ਮੁਹੰਮਦ ਖਾਨ ਨੇ ਉਸ ਨੂੰ ਸੰਸਕਾਰਨ ਦੀ ਥਾਂ ਕਬਰ ਵਿੱਚ ਦਫਨ ਕਰ ਦਿੱਤਾ। ਬੰਦਾ ਸਿੰਘ ਵਾਸਤੇ ਇਸ ਅਣਖੀ ਬੀਬੀ ਦਾ ਦਾਹ ਸੰਸਕਾਰ ਕਰਨਾ ਵੀ ਫਰਜ਼ ਬਣਦਾ ਸੀ। ਜਦ ਮਲੇਰਕੋਟਲੇ ਦਾ ਸ਼ਹਿਰ ਮਾਰ ਲਿਆ ਤਾਂ ਇੱਕ ਕਿਸ਼ਨ ਦਾਸ ਬਾਣੀਏ ਨੇ, ਜੋ ਬੰਦਾ ਸਿੰਘ ਦਾ ਪੁਰਾਣਾ ਵਾਕਿਫ ਸੀ, 2 ਲੱਖ ਰੁਪਇਆ ਇਕੱਠਾ ਕਰਕੇ ਦਿੱਤਾ। ਸ਼ਹਿਰ ਨੂੰ ਲੁੱਟ ਕੇ ਕਤਲਾਮ ਤੋਂ ਬਚਾ ਲਿਆ। ਸ਼ੇਰ ਮੁਹੰਮਦ ਖਾਨ ਦੇ ਟੱਬਰ ਕਬੀਲੇ ਨੂੰ ਸੋਧ ਦਿੱਤਾ ਗਿਆ ਅਤੇ ਬੀਬੀ ਅਨੂਪ ਕੌਰ ਨੂੰ ਕਬਰ ਵਿੱਚੋਂ ਕੱਢ ਕੇ ਉਸ ਦਾ ਦਾਹ ਸੰਸਕਾਰ ਕੀਤਾ ਗਿਆ। ਮਲੇਰਕੋਟਲਿਓਂ ਹਟ ਕੇ ਇਹ ਦਲ ਮੋਰਿੰਡੇ ਵੱਲ ਉਲਰ ਪਿਆ। ਮੋਰਿੰਡਾ ਮਾਰ ਕੇ ਜਾਨੀ ਖਾਂ, ਮਾਨੀ ਖਾਂ, ਉਹਨਾਂ ਦਾ ਕੁਟੁੰਬ ਅਤੇ ਹੋਰ ਹੰਕਾਰੇ ਰੰਗਣਾ ਸਮੇਤ ਸਹੇੜੀ ਦੇ ਗੰਗੂ ਬ੍ਰਾਹਮਣ ਦੇ ਪਰਿਵਾਰ ਨੂੰ ਫੜ ਲਿਆ। ਸਿਰਫ ਗੰਗੂ ਦੀ ਮਾਤਾ ਸੋਭੀ ਨੂੰ ਹੀ ਛੱਡਿਆ ਗਿਆ। ਬਾਕੀ ਸਭ ਚੰਡੀ ਦੀ ਭੇਟ ਚੜ੍ਹਾ ਦਿੱਤੇ। ਮੋਰਿੰਡੇ ਤੋਂ ਹਟ ਕੇ ਬੰਦਾ ਸਿੰਘ ਰੋਪੜ ਥਾਣੀ ਕੀਰਤਪੁਰ ਸਾਹਿਬ ਜਾ ਅੱਪੜਿਆ। ਇੱਥੋਂ ਦਰਸ਼ਨ ਦੀਦਾਰੇ ਕਰਕੇ ਅਨੰਦਪੁਰ ਸਾਹਿਬ ਅਤੇ ਪਵਿੱਤਰ ਅਸਥਾਨਾਂ ਤੇ ਜਾ ਕੇ ਸਿਰ ਝੁਕਾਇਆ। ਬੰਦਾ ਸਿੰਘ ਇੱਥੋਂ ਹੁਸ਼ਿਆਰਪੁਰ ਤੇ ਜਾ ਪਿਆ। ਫਿਰ ਜਲੰਧਰ ਵੀ ਮਾਰ ਲਿਆ। ਸਾਰਾ ਬਿਸਤ ਦੁਆਬ ਖਾਲਸਾ ਰਾਜ ਵਿੱਚ ਮਿਲਾ ਕੇ ਬੰਦਾ ਸਿੰਘ ਬਿਆਸ ਟੱਪ ਕੇ ਬਟਾਲੇ ਦੁਆਲੇ ਆਣ ਹੋਇਆ। ਬਟਾਲਾ ਮੁਸਲਮਾਨਾਂ ਦਾ ਬਹੁਤ ਵੱਡਾ ਗੜ੍ਹ ਸੀ। ਇੱਥੋਂ ਦਾ ਵਾਲੀ ਸ਼ੇਖ ਉਲ ਹਿੰਦ, ਜੋ ਇੱਕ ਵੱਡਾ ਧਾਰਮਿਕ ਆਗੂ ਵੀ ਸੀ, ਪਹਿਲੀ ਝੜਪ ਵਿੱਚ ਹੀ ਮਾਰਿਆ ਗਿਆ। ਮੁਸਲਮਾਨਾਂ ਦੀਆਂ ਵਧੀਕੀਆਂ ਕਾਰਨ ਬਟਾਲੇ ਦੀ ਬੁਰੀ ਸ਼ਾਮਤ ਆਈ। ਬਹੁਤ ਖਲਕਤ ਮਾਰੀ ਗਈ। ਬੰਦਾ ਸਿੰਘ ਨੇ ਬਟਾਲੇ ਨੂੰ ਸੋਧ ਕੇ ਕਲਾਨੌਰ ਜਾ ਮਾਰਿਆ। ਡੇਰਾ ਬਾਬਾ ਨਾਨਕ ਜਾ ਕੇ ਗੁਰੂ ਸਾਹਿਬ ਦੀਆਂ ਪਵਿੱਤਰ ਵਸਤੂਆਂ ਦੇ ਦਰਸ਼ਨ ਕੀਤੇ ਅਤੇ ਬਹੁਤ ਸਾਰਾ ਚੜ੍ਹਾਵਾ ਚੜ੍ਹਾਇਆ। ਇਸੇ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਬਹੁਤ ਸਾਰਾ ਧਨ ਪਦਾਰਥ ਦਰਬਾਰ ਸਾਹਿਬ ਨੂੰ ਭੇਂਟ ਕੀਤਾ।
ਅੰਮ੍ਰਿਤਸਰ ਵਿਖੇ ਬੰਦਾ ਸਿੰਘ ਨੇ ਮਾਝੇ ਦੇ ਲੋਕਾਂ ਖਾਸਕਰ ਨੌਜਵਾਨਾਂ ਨੂੰ ਪੱਲਾ ਫੇਰ ਕੇ ਸੱਦਿਆ ਤੇ ਕਿਹਾ ਕਿ ਉਹ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ। ਉਹਨਾਂ ਦਾ ਸਭ ਗੁੱਸਾ ਗਿਲਾ ਮਾਫ਼ ਕਰ ਦਿੱਤਾ ਜਾਵੇਗਾ। ਬੰਦਾ ਸਿੰਘ ਅਤੇ ਖਾਲਸਾ ਫੌਜਾਂ ਦੀ ਚੜ੍ਹਤਲ ਵੇਖ ਕੇ ਮਝੈਲ ਟੱਬਰਾਂ ਦੇ ਟੱਬਰ ਉੱਠ ਖੜ੍ਹੇ ਹੋਏ ਅਤੇ ਅੰਮ੍ਰਿਤ ਪਾਣ ਕਰਕੇ ਖਾਲਸਾ ਜੀ ਵਿੱਚ ਅਭੇਦ ਹੋ ਗਏ। ਸਾਰਾ ਜੰਗਜੂ ਮਾਝਾ ਖਾਲਸਾ ਜੀ ਦੀ ਛਾਉਣੀ ਹੀ ਬਣ ਗਿਆ। ਪੰਜਾਬ ਲਾਹੌਰ ਅਤੇ ਲਾਹੌਰ ਪੰਜਾਬ ਸੀ। ਲਾਹੌਰ ਲੈਣਾ ਬੜਾ ਜ਼ਰੂਰੀ ਸੀ। ਨਗਾਰੇ ਅਤੇ ਚੋਟ ਪਈ ਅਤੇ ਬੰਦਾ ਸਿੰਘ ਲਾਹੌਰ ਵੱਲ ਚੜ੍ਹ ਪਿਆ। ਇਸ ਵੇਲੇ ਸੈਯਦ ਇਸਲਾਮ ਖਾਨ, ਜੋ ਲਾਹੌਰ ਦਾ ਗਵਰਨਰ ਸੀ, ਨੇ ਸ਼ਹਿਰ ਦੀ ਫਸੀਲ ਉੱਤੇ ਤੋਪਾਂ ਬੀੜ ਦਿੱਤੀਆਂ। ਲਾਹੌਰ ਦੇ ਆਸ-ਪਾਸ ਸ਼ਹਿਰ ਵਿੱਚ ਵਸਦੇ ਮੁਸਲਮਾਨ ਜਹਾਦ ਦੇ ਨਾਮ ਤੇ ਲਾਹੌਰ ਨੂੰ ਬਚਾਉਣ ਲਈ ਆਣ ਇਕੱਠੇ ਹੋਏ। ਸ਼ਹਿਰੋਂ ਬਾਹਰ ਚੜ੍ਹਦੇ ਦੱਖਣ ਵਾਲੇ ਪਾਸੇ ਕੁਝ ਫਾਸਲੇ ਤੇ ਬੜੀ ਖੂਨ-ਵੀਟਵੀਂ ਲੜਾਈ ਹੋਈ। ਦੋਵੇਂ ਧਿਰਾਂ ਬੜੇ ਜੋਸ਼ ਨਾਲ ਲੜੀਆਂ। ਹਜ਼ਾਰਾਂ ਦੀ ਗਿਣਤੀ ਵਿੱਚ ਦੋਹਾਂ ਪਾਸਿਆਂ ਤੋਂ ਜਵਾਨ ਮਾਰੇ ਗਏ। ਇਸਲਾਮੀ ਲਸ਼ਕਰ ਨੂੰ ਹਾਰ ਹੋਈ। ਹਨੇਰਾ ਹੋ ਜਾਣ ਕਰਕੇ ਲੜਾਈ ਥੰਮੀ। ਅਗਲੇ ਦਿਨ ਫਿਰ ਇਸਲਾਮੀਆਂ ਦਾ ਟਿੱਡੀ ਦਲ ਇਕੱਠਾ ਹੋ ਗਿਆ। ਫਿਰ ਧੌਂਸਿਆਂ ਤੇ ਚੋਟਾਂ ਪਈਆਂ ਅਤੇ ਸੂਰਮੇ ਜੁਟ ਪਏ। ਅੱਜ ਕੱਲ੍ਹ ਨਾਲੋਂ ਵੀ ਜ਼ਿਆਦਾ ਇਸਲਾਮੀ ਲਸ਼ਕਰ ਦਾ ਨੁਕਸਾਨ ਹੋਇਆ। 1-2 ਦਿਨ ਜੇ ਇਹ ਲੜਾਈ ਦਾ ਸਿਲਸਿਲਾ ਚੱਲਦਾ ਰਹਿੰਦਾ ਤਾਂ ਲਾਹੌਰ ਫਤਿਹ ਹੋ ਜਾਣਾ ਸੀ। ਪਰ ਬੰਦਾ ਸਿੰਘ ਨੂੰ ਪਿਛਲੇ ਜਿੱਤੇ ਇਲਾਕਿਆਂ ਦੀ ਪ੍ਰਬੰਧਕੀ ਪਕਿਆਈ ਲਈ ਬੜੀ ਕਾਹਲੀ ਨਾਲ ਪਿੱਛੇ ਜਾਣਾ ਪਿਆ। ਸ਼ਹਿਰ ਦੀ ਫਸੀਲ ਦੀ ਮਜ਼ਬੂਤੀ ਅਤੇ ਗਵਰਨਰ ਦੀ ਚੰਗੀ ਅਗਵਾਈ ਨੇ ਸ਼ਹਿਰ ਤਾਂ ਬਹੁਤ ਹੱਦ ਤੱਕ ਲੁੱਟੇ ਜਾਣੋਂ ਬਚਾ ਲਿਆ, ਪਰ ਸ਼ਹਿਰ ਦਾ ਉਦਾਲਾ ਪੁਦਾਲਾ ਕਈ ਕੋਹਾਂ ਤੱਕ ਬਿਲਕੁਲ ਹੀ ਬਰਬਾਦ ਹੋ ਗਿਆ। ਬੰਦਾ ਸਿੰਘ ਦੀ ਇਸ ਮੁਹਿੰਮ ਵਿੱਚ ਛੋਟੀਆਂ ਸ਼੍ਰੇਣੀਆਂ ਦੇ ਹਜ਼ਾਰਾਂ ਹਿੰਦੂ ਉਤਸ਼ਾਹਿਤ ਹੋ ਕੇ ਆਣ ਮਿਲੇ ਅਤੇ ਸਿੰਘ ਸੱਜ ਗਏ। ਜੂਨ 1710 ਈਸਵੀ ਵਿੱਚ ਬੰਦਾ ਸਿੰਘ ਲਾਹੌਰ ਦੁਆਲੇ ਸੀ। ਲਾਹੌਰੋਂ ਹਟ ਕੇ ਇਹ ਲਸ਼ਕਰ ਸਰਹੰਦ ਪਹੁੰਚਿਆ। ਲੋੜੀਂਦੀਆਂ ਪਕਿਆਈਆਂ ਕਰਕੇ ਇਲਾਕਿਆਂ ਦੀ ਨਿਗਰਾਨੀ ਕਰਦਾ ਹੋਇਆ ਉਹ ਲੋਹਗੜ੍ਹ ਆਪਣੀ ਰਾਜਧਾਨੀ ਪਹੁੰਚ ਗਿਆ। ਲਾਹੌਰ ਅਤੇ ਇਸ ਤੋਂ ਅੱਗੇ ਉੱਤਰ ਪੱਛਮ ਦੇ ਮੁਲਕ ਦੀ ਫਤਿਹ ਅੱਗੇ ਪਾ ਦਿੱਤੀ ਗਈ। ਸਰਹੰਦ ਵੱਲ ਨੂੰ ਆਉਂਦਿਆਂ ਬੰਦਾ ਸਿੰਘ ਨੇ ਸੁਣਿਆ ਕਿ ਜਮਨਾ ਗੰਗਾ ਦੇ ਵਿਚਕਾਰਲੇ ਇਲਾਕੇ ਭਾਵ ਅੱਪਰ ਗੰਗ ਦੁਆਬ ਦੇ ਮੁਸਲਮਾਨ ਬੜੇ ਅਕੜੇਵੇਂ ਵਿੱਚ ਹਨ ਅਤੇ ਕਿਸੇ ਨੂੰ ਪੱਲਾ ਨਹੀਂ ਬੰਨ੍ਹਦੇ। ਹਿੰਦੂਆਂ ਨੂੰ ਬਹੁਤ ਹੀ ਸਤਾਇਆ ਜਾਂਦਾ ਹੈ। ਇਹ ਦੁਖੀ ਲੋਕ ਨਰਕ ਦਾ ਜੀਵਨ ਭੋਗ ਰਹੇ ਹਨ। ਖਾਲਸੇ ਨੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਇਸ ਪਾਸੇ ਵਾਂਗਾਂ ਮੋੜ ਲਈਆਂ। ਜਮਨਾ ਦਰਿਆ ਬੂੜੀਏ ਲਾਗੋਂ ਰਾਜਘਾਟ ਤੋਂ ਪਾਰ ਕਰਕੇ ਸਹਾਰਨਪੁਰ ਦੇ ਇਲਾਕੇ ਵਿੱਚ ਜਾ ਵੜੇ। ਸਹਾਰਨਪੁਰ, ਬੇਹਟ, ਨਨੌਟਾ ਅਤੇ ਜਲਾਲਾਬਾਦ ਨੂੰ ਜਾ ਮਾਰਿਆ। ਪਹਿਲਾਂ ਤਾਂ ਇਹ ਲੋਕ ਬਾਰੇ ਸੈਯਦਾਂ ਦੇ ਉਭਾਰੇ ਹੋਏ ਬੜੇ ਰੌਹ ਵਿੱਚ ਸਾਵੇਂ ਉੱਠ ਖਲੋਤੇ, ਪਰ ਜਦ ਖਾਲਸਾਈ ਤੇਗ ਦੀ ਕਾਟ ਵੇਖੀ ਤਾਂ ਤਾਬ ਨਾਲ ਲਿਆ ਸਕੇ ਅਤੇ ਅਧੀਨਗੀ ਪ੍ਰਵਾਨ ਕਰ ਲਈ। ਇਹ ਮੁਲਕ ਵੀ ਖਾਲਸਾ ਰਾਜ ਦੀ ਸਿਕਦਾਰੀ ਵਿੱਚ ਆ ਗਿਆ। ਹੁਣ ਭੂਰਿਆਂ ਵਾਲਿਆਂ ਦੇ ਰਾਜ ਦੀ ਹੱਦ ਰਾਵੀ ਤੋਂ ਗੰਗਾ ਤੱਕ ਅਤੇ ਲਾਹੌਰ ਦੀਆਂ ਕੰਧਾਂ ਤੋਂ ਲੈ ਕੇ ਪਾਣੀਪਤ ਤੱਕ ਫੈਲ ਚੁੱਕੀ ਸੀ। ਜਦ ਬੰਦਾ ਸਿੰਘ ਲਾਹੌਰ ਦਾ ਘੇਰਾ ਛੱਡ ਕੇ ਪਿਛਾਂਹ ਸਰਹੰਦ ਵੱਲ ਹਟ ਗਿਆ ਤਾਂ ਲਾਹੌਰ ਅਤੇ ਇਸ ਦੇ ਚੁਫੇਰੇ ਦਿਆਂ ਪਿੰਡਾਂ ਨੂੰ ਬੰਦਾ ਸਿੰਘ ਦੇ ਜਮਨਾ ਪਾਰ ਹੋਣ ਦੀ ਖਬਰ ਲੱਗ ਗਈ। ਇਹ ਦੂਰੀ ਕਾਰਨ ਮੁਲਾਣਿਆਂ ਨੂੰ, ਜੋ ਲਾਹੌਰ ਦੀ ਫਸੀਲੋਂ ਬਾਹਰ ਨਹੀਂ ਸਨ, ਨਿਕਲਦੇ ਜੋਸ਼ ਚੜ੍ਹ ਗਿਆ। ਸਿੱਖਾਂ ਦੇ ਖਿਲਾਫ ਜਹਾਦ ਲਈ ਹੈਦਰੀ ਝੰਡਾ ਖੜਾ ਕਰ ਦਿੱਤਾ। ਬੰਦਾ ਸਿੰਘ ਲਸ਼ਕਰ ਸਮੇਤ ਫਾਸਲੇ ਤੇ ਸੀ। ਥੋੜ੍ਹੇ ਸਿੱਖ ਪਿੰਡਾਂ ਵਿੱਚ ਸਨ। ਬਸ ਫਿਰ ਜੋਸ਼ ਦੀਆਂ ਕਾਂਗਾਂ ਚੜ੍ਹ ਗਈਆਂ। ਸ਼ਹਿਰ ਅਤੇ ਪਿੰਡਾਂ ਦੇ ਜੁਲਾਹੇ, ਮੋਚੀ, ਤੇਲੀ, ਨਾਈ, ਸੱਕੇ ਆਦਿ ਵੀ ਉੱਠ ਤੁਰੇ। ਮੁਲਾਣੇ ਜੋ ਕੱਲ੍ਹ ਤੱਕ ਚੂਹਿਆਂ ਵਾਂਗ ਖੁੱਡਾਂ ਵਿੱਚ ਦੜੇ ਬੈਠੇ ਸਨ, ਬੰਨਾਂ ਵਿੱਚ ਨਾ ਮਿਆਉਂਦੇ ਦਿਸਣ। ਸਿੱਖ ਵੀ ਆਪਣੇ ਸਥਾਨਕ ਜਥੇਦਾਰਾਂ ਦੀ ਅਗਵਾਈ ਵਿੱਚ ਉੱਠ ਖੜ੍ਹੇ ਹੋਏ। ਕਿਲ੍ਹਾ ਭਗਵੰਤ ਰਾਏ, ਜੋ ਲਾਹੌਰ ਦੇ ਲਾਗੇ ਹੀ ਹੈ, ਚਮਿਆਰੀ ਲਾਗੇ ਕੋਟਲਾ ਬੇਗਮ ਤੇ ਫਿਰ ਭੀਲੋਵਾਲ, ਜ਼ਿਲ੍ਹਾ ਅੰਮ੍ਰਿਤਸਰ ਵਿਖੇ 3 ਖੂਲ ਡੋਲਵੀਆਂ ਲੜਾਈਆਂ ਹੋਈਆਂ। ਤਿੰਨਾਂ ਵਿੱਚ ਹੀ ਹੈਦਰੀ ਝੰਡੇ ਵਾਲਿਆਂ ਨੂੰ ਬੁਰੀ ਤਰ੍ਹਾਂ ਹਾਰ ਹੋਈ। ਇਹ ਗਾਜੀ ਜਦ ਹਾਰ ਖਾ ਕੇ ਲਾਹੌਰ ਵਾਪਸ ਮੁੜੇ ਤਾਂ ਲੋਕਾਂ ਅੱਗੋਂ ਬੜੀਆਂ ਟੀਚਰਾਂ ਕੀਤੀਆਂ, ਪੁੱਛਣ ਕਿ ਉਹ ਹਰਿਆ ਹੈਦਰੀ ਝੰਡਾ ਕਿੱਥੇ ਰੱਖ ਆਏ ਹੋ, ਹੁਣ ਅਗਲਾ ਜਹਾਦ ਕਦੋਂ ਛੇੜਨਾ ਹੈ। ਜਿਨ੍ਹਾਂ ਦੇ ਗਾਜੀ
ਘਰੋਂ ਗਾਨੇ ਬੰਨ੍ਹ ਕੇ ਗਏ ਵਾਪਸ ਨਾ ਆਏ। ਉਹ ਮਲਾਣਿਆਂ ਨੂੰ ਪਿੱਟਣ ਔਤਰੇ, ਛੇੜਾਂ ਛੇੜ ਕੇ ਆਪ ਘਰੀ ਮਰੇ ਰਹੇ ਹਨ। ਨਖੱਤਿਓ, ਹੁਣ ਆਪਣੇ ਕੋੜਵੇਂ ਨੂੰ ਲੈ ਕੇ ਹੋਵੋ ਉਹਨਾਂ ਜਵਾਈਆਂ ਦੇ ਮੂਹਰੇ। ਤੁਹਾਨੂੰ ਚਖਾਉਣ ਮਜ਼ਾ ਜਹਾਦ ਅਤੇ ਹੈਦਰੀ ਝੰਡੇ ਖੜੇ ਕਰਨ ਦਾ। ਤੁਹਾਨੂੰ ਤਾਂ ਪਿੰਡਾਂ ਦਿਆਂ ਨਵੇਂ ਬਣਿਆ ਸਿੰਘਾਂ ਨੇ ਹੀ ਦਬੋਚ ਲਿਆ। ਜੇ ਸਿੰਘਾਂ ਦਾ ਲਸ਼ਕਰ ਇੱਥੇ ਹੁੰਦਾ ਤਾਂ ਕੀ ਬਣਦਾ? ਜਦ ਬੰਦਾ ਸਿੰਘ ਲਾਹੌਰ ਘੇਰਾ ਬਣਾ ਲਿਆ ਸੀ, ਉਦੋਂ ਇਹ ਲੁੱਚੇ ਮਲਾਣੇ ਕਿੱਥੇ ਮਰ ਗਏ ਸਨ? ਜਿਹੜੇ ਬਚ ਕੇ ਆ ਗਏ ਹੋ, ਤਣੋ ਤਾਣੇ ਅਤੇ ਚਲਾਓ ਖੱਡੀਆਂ, ਜੁੱਤੀਆਂ ਸੀਵੋ, ਗੰਢੋ, ਰੂੰ ਪਿੰਜੋ, ਤੇਲ ਕੱਢੋ ਅਤੇ ਆਰਾਮ ਨਾਲ ਮਸ਼ਕਾਂ ਰਾਹੀਂ ਪਾਣੀ ਭਰੋ। ਆਪਣੇ ਟੱਬਰ ਪਾਲੋ। ਇਹਨਾਂ ਗਰਕੇ ਹੋਏ ਮਲਾਣਿਆਂ ਨੂੰ ਉੱਚਰ ਪੈਂਡੇ ਲੜਦੇ ਹੀ ਰਹਿਣੇ ਹਨ। ਤੁਸੀਂ ਕਿੰਨਾ ਕੁ ਚਿਰ ਇਹਨਾਂ ਦੀ ਹਲਾ ਤੇ ਲੜਦੇ ਮਰਦੇ ਰਹੋਗੇ? ਜਿਨ੍ਹਾਂ ਨਾਲ ਲੜਨ ਗਏ ਸੋ ਉਹਨਾਂ ਦਾ ਪਤਾ ਕਰ ਲਿਆ ਸੀ ਕੌਣ ਲੋਕ ਹਨ? ਉਹ ਤਾਂ ਸਿਰ ਤਲੀਆਂ ਤੇ ਧਰੀ ਫਿਰਦੇ ਹਨ। ਉਹਨਾਂ ਦੇ ਗੁਰੂ ਨੇ ਤਾਂ ਉਹਨਾਂ ਨੂੰ ਲੱਖਾਂ ਨਾਲ ਇੱਕ ਜਾਣੇ ਨਾਲ ਲੜਨ ਜੋਗਾ ਬਣਾਇਆ ਹੋਇਆ ਹੈ। ਤੁਸੀਂ ਨਲੀਆਂ ਵੱਟਦੇ ਅਤੇ ਰੂੰ ਪਿੰਜਦੇ ਹੀ ਉਹਨਾਂ ਵੱਲ ਉੱਠ ਤੁਰੇ। ਅਗਲਿਆਂ ਸੁੱਟ ਤਾਂ ਨਾ ਤੁਹਾਨੂੰ ਤਲਵਾਰਾਂ ਨਾਲ ਪਿੰਜ ਕੇ। ਮੁਲਾਣਿਆਂ ਦਾ ਕੀ ਗਿਆ? ਇਹੋ ਜਿਹੇ ਤਾਨੇ ਮਿਹਣੇ ਅਤੇ ਮਤਲਬ ਭਰੀਆਂ ਨਸੀਹਤਾਂ ਘਰ ਘਰ ਸੁਣਦੀਆਂ ਸਨ। ਘਰੀ ਘਰੀ ਮਾਤਮ ਵਿਛੇ ਪਏ ਸਨ। ਇੰਨੀ ਦਿਨੀ ਸਾਈਂ ਬੁੱਲੇ ਸ਼ਾਹ ਲਾਹੌਰ ਵਿੱਚ ਹੀ ਸਨ। ਗਾਜੀਆਂ ਦੀ ਚੜ੍ਹਤਲ ਅਤੇ ਫਿਰ ਮੰਦੀ ਹਾਲੀ ਵਾਪਸੀ ਉਹਨਾਂ ਅੱਖੀਂ ਵੇਖੀ ਸੀ। ਮੁੱਲਾ ਮੁਲਾਣਿਆਂ ਦੀ ਕਰਤੂਤ ਅਤੇ ਜੋ ਗਾਜੀਆਂ ਨਾਲ ਹੋਈ ਬਣੀ, ਉਹਨਾਂ ਉਸ ਵੱਲ ਬੜਾ ਸੋਹਣਾ ਇਸ਼ਾਰਾ ਕੀਤਾ ਹੈ। ਬੁੱਲਿਆ ਮੁੱਲਾ ਅਤੇ ਮਸ਼ਾਲਚੀ ਦੋਹਾਂ ਇੱਕੋ ਚਿੱਤ, ਲੋਕੀ ਕਰਦੇ ਚਾਨਣਾ ਆਪ ਹਨੇਰੇ ਨਿੱਤ। ਗਾਜੀਆਂ ਨੂੰ ਵੀ ਗੁੱਜੀ ਰਮਜ ਦੱਸੀ। ਬੁੱਲਿਆ, ਜੇ ਤੂੰ ਗਾਜੀ ਬਣਨਾ, ਲੱਕ ਬੰਨ ਤਲਵਾਰ, ਪਹਿਲਾਂ ਰੰਗੜ ਮਾਰ ਕੇ ਪਿੱਛੋਂ ਕਾਫਰ ਮਾਰ। ਰਾਹੋਂ ਅਤੇ ਸਰਹੰਦ ਵਿੱਚ ਸਿੱਖਾਂ ਦੀ ਹਾਰ। ਬਹਾਦਰ ਸ਼ਾਹ ਵੱਡਾ ਲਾਮ ਲਸ਼ਕਰ ਲੈ ਕੇ ਬੰਦੇ ਵੱਲ ਚੱਲ ਪਿਆ। ਭੀਰੋਵਾਲ ਦੀ ਲੜਾਈ ਪਿੱਛੋਂ ਸਿੰਘਾਂ ਦਾ ਦਲ ਕਲਾਨੌਰ ਬਟਾਲੇ ਵੱਲ ਦੀ ਹੁੰਦਾ ਹੋਇਆ ਦਰਿਆ ਬਿਆਸ ਟੱਪ ਗਿਆ। ਸਿੰਘ ਇਹ ਤਿੰਨੇ ਲੜਾਈਆਂ ਲੜ ਕੇ ਆਏ ਸਨ ਅਤੇ ਇਹ ਲੜਾਈਆਂ ਸਿੱਖਾਂ ਦੇ ਸਿਰਮੌਰ ਆਗੂ ਦੀ ਅਗਵਾਈ ਤੋਂ ਬਿਨਾਂ ਹੀ ਲੜੀਆਂ ਗਈਆਂ ਸਨ। ਫਿਰ ਵੀ ਇਹਨਾਂ ਆਪਣੇ ਵੈਰੀ ਤੋਂ ਆਪਣੇ ਬਾਹੂਬਲ ਦਾ ਲੋਹਾ ਮਨਵਾ ਲਿਆ ਸੀ। ਬੰਦਾ ਸਿੰਘ ਬਹਾਦਰ ਦੇ ਝੰਡੇ ਥੱਲੇ ਲੜਨ ਵਾਲਿਆਂ ਦਾ ਵੱਡਾ ਇੱਕ ਹੀ ਨਿਸ਼ਾਨਾ ਸੀ ਕਿ ਦੇਸ਼ ਭਰ ਚੋਂ ਮੁਗਲਿਆ ਰਾਜ ਦਾ ਕਿਧਰੇ ਵੀ ਨਾਮੋ ਨਿਸ਼ਾਨ ਰਹਿਣ ਨਾ ਦਿੱਤਾ ਜਾਵੇ। ਸਦੀਆਂ ਤੋਂ ਚੱਲੀ ਆ ਰਹੀ ਜ਼ੁਲਮ ਜ਼ਬਰ ਅਤੇ ਗੁਲਾਮੀ ਦੀ ਛਿੱਟ ਸਦਾ ਲਈ ਹਿੰਦੀਆਂ ਦੇ ਸਿਰੋਂ ਲਾ ਦਿੱਤੀ ਜਾਵੇ। ਸੋ ਦਰਿਆਓਂ ਪਾਰ ਹੁੰਦੇ ਹੀ ਸਿੰਘ ਸਿੱਧੇ ਰਾਹੋਂ ਵੱਲ ਵਧੇ ਅਤੇ ਮਾਮੂਲੀ ਜਿਹੀ ਝਾੜ ਪਿੱਛੋਂ ਰਾਹੋਂ ਤੇ ਅਧਿਕਾਰ ਕਰ ਲਿਆ। ਯਾਦ ਰਹੇ ਕਿ ਰਾਹੋਂ ਬਿਸਤ ਦੁਆਬ ਜਲੰਧਰ ਵਿੱਚ ਹੈ। ਸਮਜ਼ ਖਾਂ ਫੌਜਦਾਰ ਜਲੰਧਰ ਦੁਆਬ ਦਾ ਸਦਰ ਮੁਕਾਮ ਸੁਲਤਾਨਪੁਰ ਲੋਧੀ ਸੀ। ਪਤਾ ਲੱਗਦਿਆਂ ਸਾਰ ਹੀ ਉਹ 5000 ਸਵਾਰ ਲੈ ਕੇ ਸਿੱਖਾਂ ਦੇ ਟਾਕਰੇ ਲਈ ਰਾਹੋਂ ਵੱਲ ਵਧਿਆ। ਰਾਹੋਂ ਦੇ ਕਿਲੇ ਵਿੱਚ ਦਾਣੇ ਪੱਠੇ ਦਾ ਕੋਈ ਜ਼ਖੀਰਾ ਨਹੀਂ ਸੀ ਅਤੇ ਨਾ ਹੀ ਛੇਤੀ ਨਾਲ ਇਹ ਪ੍ਰਬੰਧ ਹੋ ਸਕਦਾ ਸੀ। ਸ਼ਮਸ਼ ਖਾਂ ਨਾਲ ਦੋ ਹੱਥ ਕਰਨ ਲਈ ਕਿਲਾ ਛੱਡ ਕੇ ਸਿੰਘ ਨਿੱਧਰੇ ਮੈਦਾਨ ਵਿੱਚ ਆ ਗਏ। ਉਹ ਘੇਰੇ ਵਿੱਚ ਆ ਕੇ ਭੁੱਖੇ ਧਿਆਏ ਨਹੀਂ ਸਨ ਮਰਨਾ ਚਾਹੁੰਦੇ। ਦਿਨ ਚੜ੍ਹਦੇ ਨਾਲ ਲੜਾਈ ਦਾ ਆਰੰਭ ਹੋਇਆ। ਯਕੂਬ ਖਾਂ ਦਾ ਬਾਗ ਜੋ ਕਈ ਏਕੜਾਂ ਵਿੱਚ ਸੀ, ਲੜਾਈ ਦਾ ਅਖਾੜਾ ਬਣਿਆ ਅਤੇ ਦੋਹਾਂ ਧਿਰਾਂ ਨੇ ਚੰਗੇ ਹੱਥ ਦੱਸੇ। ਗੱਲ ਕਿਸੇ ਪਾਸੇ ਨਾ ਲੱਗੀ। ਜੰਮੂ ਦਾ ਗਵਰਨਰ ਬਾਯੀਦ ਖਾਂ ਜੋ ਸ਼ਮਸ਼ ਖਾਂ ਦਾ ਚਾਚਾ ਸੀ, ਉਹ ਵੀ ਆਪਣੀ ਫੌਜ ਲੈ ਕੇ ਸ਼ਮਸ਼ ਖਾਂ ਦੀ ਸਹਾਇਤਾ ਲਈ ਆਣ ਮਿਲਿਆ। ਇਸ ਤੋਂ ਪਿੱਛੋਂ ਉਮਰ ਖਾਂ ਕਸੂਰ ਦਾ ਨਵਾਬ ਆਪਣੇ ਜੰਗਜੂ ਸਵਾਰਾਂ ਨਾਲ ਸ਼ਮਸ਼ ਖਾਂ ਦੀ ਮਦਦ ਤੇ ਪਹੁੰਚ ਗਿਆ। ਹੁਣ ਲੜਾਈ ਦਾ ਰੰਗ ਬਿਲਕੁਲ ਬਦਲ ਗਿਆ। ਸਿੱਖ ਤਾਂ ਪਹਿਲਾਂ ਹੀ ਕਈ ਗੁਣਾ ਥੋੜ੍ਹੇ ਸਨ। ਇਸ ਮਿਲੇ ਜੁਲੇ ਟਿੱਡੀ ਦਲ ਨੇ ਸਿੰਘਾਂ ਦੇ ਪੈਰ ਉਖੇੜ ਦਿੱਤੇ ਅਤੇ ਉਹ ਭੱਜ ਕੇ ਸ਼ਹਿਰ ਕਿਲੇ ਅੰਦਰ ਜਾ ਵੜੇ ਅਤੇ ਕਿਲਾ ਬੰਦ ਹੋ ਕੇ ਲੜਾਈ ਜਾਰੀ ਰੱਖੀ। ਇਸਲਾਮੀ ਲਸ਼ਕਰ
ਮੈਦਾਨ ਵਿਚਲੀ ਲੜਾਈ ਵਿੱਚ ਹੀ ਹਾਵੀ ਹੋ ਗਿਆ ਸੀ। ਸੋ ਦੁਸ਼ਮਣ ਸ਼ਹਿਰ ਤੇ ਕਿਲੇ ਨੂੰ ਘੇਰਾ ਘੱਤ ਕੇ ਬੈਠ ਗਿਆ ਅਤੇ ਅੰਦਰ ਕਿਸੇ ਵੀ ਕਿਸਮ ਦਾ ਰਸਦ ਪਾਣੀ ਅਤੇ ਘਾਹ ਪੱਠਾ ਜਾਣੋਂ ਰੋਕ ਦਿੱਤਾ। ਮੁਗਲ ਸੈਨਾ ਗਿਣਤੀ ਵਿੱਚ ਕਈ ਗੁਣਾ ਵੱਧ ਹੁੰਦਿਆਂ ਵੀ ਕਿਲੇ ਲਾਗੇ ਤਾਂ ਕੀ ਜਾਣਾ ਸੀ, ਸ਼ਹਿਰ ਅੰਦਰ ਵੜਨੋਂ ਵੀ ਕਤਰਾਂਦੀ ਰਹੀ। ਸ਼ਹਿਰ ਅੰਦਰ ਉਜੜੇ ਪੁਜੜੇ ਘਰਾਂ ਚੋਂ ਜੋ ਅੰਨ ਦਾਣਾ ਆਦਿ ਮਿਲਿਆ, ਉਸ ਨਾਲ ਗੁਜ਼ਾਰਾ ਕਰਕੇ ਸਿੱਖ ਕਿਲੇ ਤੇ ਸ਼ਹਿਰ ਪਨਾਹ ਅੰਦਰੋਂ ਮੁਕਾਬਲਾ ਕਰਦੇ ਰਹੇ। ਸ਼ਹਿਰ ਪਨਾਹ ਸ਼ਹਿਰ ਦੇ ਬਚਾਅ ਲਈ ਉੱਚੀ ਕੰਧ, ਜਿਸ ਵਿੱਚ ਵੱਡੇ ਵੱਡੇ 5-7 ਦਰਵਾਜ਼ੇ ਰੱਖੇ ਜਾਂਦੇ ਸਨ ਅਤੇ ਸਾਰੀ ਆਵਾਜਾਈ ਇਹਨਾਂ ਵਿੱਚ ਦੀ ਹੁੰਦੀ ਸੀ। ਇਹ ਰਾਤ ਪੈਣ ਤੇ ਬੰਦ ਹੋ ਜਾਂਦੇ ਸਨ। ਸ਼ਹਿਰ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਵੀ ਇਹ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸਨ। ਫਸੀਲ ਉੱਤੇ ਤੋਪਾਂ ਬੀੜ ਦਿੱਤੀਆਂ ਜਾਂਦੀਆਂ। ਫੌਜ ਦੇ ਨਾਲ ਸ਼ਹਿਰ ਦੇ ਗੱਭਰੂ ਮੌਕੇ ਦੇ ਹਥਿਆਰ ਲੈ ਕੇ ਦਰਵਾਜ਼ਿਆਂ ਤੇ ਫਸੀਲ ਦੀ ਰਾਖੀ ਕਰਿਆ ਕਰਦੇ ਸਨ। ਕਿਲਿਆਂ ਦੁਆਲੇ ਖੰਦਕਾਂ ਹੁੰਦੀਆਂ ਸਨ ਜੋ ਆਮ ਤੌਰ ਤੇ ਪਾਣੀ ਨਾਲ ਭਰੀਆਂ ਰਹਿੰਦੀਆਂ ਸਨ। ਬਾਹਰਲੇ ਪਾਸਿਓਂ ਕਿਲੇ ਦੇ ਦਰਵਾਜ਼ੇ ਨੂੰ ਇੱਕ ਲੱਕੜੀ ਦੇ ਮਜ਼ਬੂਤ ਪੁਲ ਨਾਲ ਇੰਜ ਮਿਲਾਇਆ ਜਾਂਦਾ ਸੀ ਕਿ ਦੁਸ਼ਮਣ ਦੇ ਹਮਲੇ ਕਰਨ ਸਮੇਂ ਇਹ ਰੱਸਿਆਂ ਨਾਲ ਪਿਛਾਂਹ ਖਿੱਚ ਲਿਆ ਜਾਂਦਾ ਸੀ। ਖੰਦਕ ਜਾਂ ਖਾਈ ਵਿਚਲਾ ਪਾਣੀ ਦੋ ਕੰਮ ਦਿੰਦਾ ਸੀ। ਨੰਬਰ 1, ਦੁਸ਼ਮਣ ਰਵੀ ਦੀਵਾਰ ਤੱਕ ਅੱਪੜ ਕੇ ਕੋਈ ਤੋੜ ਫੋੜ ਦੀ ਕਾਰਵਾਈ ਨਹੀਂ ਸੀ ਕਰ ਸਕਦਾ। ਕਮੰਦ ਜਾਂ ਪੌੜੀ ਲਾ ਕੇ ਦੀਵਾਰ ਉੱਤੇ ਚੜ੍ਹਨਾ ਅਸੰਭਵ ਹੁੰਦਾ ਸੀ। ਨੰਬਰ 2, ਦੁਸ਼ਮਣਾਂ ਵੱਲੋਂ ਕਿਲੇ ਤੋਂ ਦੂਰ ਮੋਰਚਾਲ ਕਾਇਮ ਕਰਕੇ ਕਿਲੇ ਤੱਕ ਥੱਲੇ ਸੁਰੰਗ ਪੱਟ ਕੇ ਲਿਆਉਣੀ ਅਤੇ ਫਿਰ ਉਸਨੂੰ ਬਰੂਦ ਭਰ ਕੇ ਪਤੀਲੇ ਲਾ ਕੇ ਉਡਾ ਕੇ ਫਸੀਲ ਦਾ ਕੁਝ ਹਿੱਸਾ ਡੇਗ ਕੇ ਜੇ ਚੰਗੀ ਤਰ੍ਹਾਂ ਉੱਡ ਜਾਵੇ ਕਿਲੇ ਅੰਦਰ ਵੜਨ ਲਈ ਰਾਹ ਬਣਾਇਆ ਜਾਂਦਾ ਸੀ। ਖਾਈ ਵਿੱਚ ਭਰਿਆ ਪਾਣੀ ਜੋ ਕਾਫੀ ਡੂੰਘਾ ਰੱਖਿਆ ਜਾਂਦਾ ਸੀ, ਸੋ ਸੁਰੰਗ ਨਹੀਂ ਲੰਘਣ ਦਿੰਦਾ ਸੀ। ਇਸ ਨਾਲ ਫਸੀਲ ਉੱਡਣੋਂ ਬਚ ਜਾਂਦੀ ਸੀ। ਅੰਦਰ ਰਸਦ ਪਾਣੀ ਕਾਫੀ ਮਾਤਰਾ ਵਿੱਚ ਜਮ੍ਹਾਂ ਹੋਵੇ ਤਾਂ ਇਹ ਘੇਰੇ ਬੜੀ ਦੇਰ ਤੱਕ ਚੱਲਦੇ ਸਨ। ਜੇ ਅੰਦਰਲਿਆਂ ਵਿੱਚੋਂ ਵੀ ਕੋਈ ਭਪੀਖਣ ਜਾਂ ਭਾੜਾ ਸਿੰਘ ਦੀ ਭੂਮਿਕਾ ਨਾ ਨਿਭਾਵੇ ਤਾਂ ਘੇਰਾ ਪਾਉਣ ਵਾਲਾ ਅੱਕ ਥੱਕ ਕੇ ਸੁਲ੍ਹਾ ਕਰ ਲੈਂਦਾ ਜਾਂ ਬਿਨਾਂ ਸੁਲਾਹ ਦੇ ਘੇਰਾ ਚੱਕ ਲੈਂਦਾ। ਸ਼ਹਿਰ ਲਈ ਬਾਹਰਲੀ ਉੱਚੀ ਪੱਕੀ ਮਜ਼ਬੂਤ ਕੰਧ ਸ਼ਹਿਰ ਪਨਾਹ ਹੁੰਦੀ ਸੀ, ਭਾਵ ਸ਼ਹਿਰ ਦਾ ਬਚਾਅ ਹੁੰਦੀ ਸੀ ਅਤੇ ਕਿਲੇ ਦੀ ਸੂਰਤ ਵਿੱਚ ਉਸਦੀ ਫਸੀਲ ਅਤੇ ਖਾਈ ਮਿਲ ਕੇ ਸ਼ਹਿਰ ਪਨਾਹ ਹੁੰਦੀਆਂ ਸਨ। ਦਿੱਲੀ ਦਾ ਲਾਲ ਕਿਲਾ, ਆਗਰੇ ਦਾ ਕਿਲਾ, ਲਾਹੌਰ ਦਾ ਸ਼ਾਹੀ ਕਿਲਾ, ਰੋਹਤਾਸ ਦਾ ਕਿਲਾ ਮਿਸਾਲੀ ਕਿਲੇ ਹਨ। ਇਹਨਾਂ ਕਿਲਿਆਂ ਦਾ ਸਿੱਖ ਇਤਿਹਾਸ ਨਾਲ ਵਿਸ਼ੇਸ਼ ਸੰਬੰਧ ਹੋਣ ਕਰਕੇ ਇਹਨਾਂ ਦੀ ਵਿਸਥਾਰ ਸਾਹਿਤ ਵਾਕਫੀ ਦਿੱਤੀ ਜਾ ਰਹੀ ਹੈ। ਦਿੱਲੀ ਤੇ ਆਗਰੇ ਦੇ ਕਿਲਿਆਂ ਦੀਆਂ ਖਾਈਆਂ ਜਮਨਾ ਦੇ ਪਾਣੀ ਨਾਲ ਭਰੀਆਂ ਜਾਂਦੀਆਂ ਸਨ। ਇੰਜ ਹੀ ਲਾਹੌਰ ਦੇ ਕਿਲੇ ਦੀ ਖਾਈ ਰਾਵੀ ਦੇ ਪਾਣੀ ਨਾਲ ਭਰੀ ਜਾਂਦੀ ਸੀ। ਹੁਣ ਖਾਈਆਂ ਦੀ ਹਾਲਤ ਠੀਕ ਨਹੀਂ ਰਹੀ, ਮਾੜੀ ਹਾਲਤ ਵਿੱਚ ਹਨ। ਲਾਹੌਰ ਦੇ ਕਿਲੇ ਪਾਸੋਂ ਵੀ ਰਾਵੀ ਦਰਿਆ ਜੋ ਪਹਿਲਾਂ ਨਾਲ ਦੀ ਵਗਦਾ ਸੀ, ਕਾਫੀ ਦੂਰ ਹਟ ਗਿਆ ਹੈ। ਖਾਈ ਅਟੀ ਪਟੀ ਹਾਲਤ ਵਿੱਚ ਅਜੇ ਵੀ ਮੌਜੂਦ ਹੈ, ਪਰ ਹੁਣ ਨਾਮ ਦੀ ਹੀ ਖਾਈ ਹੈ। ਰੋਹਤਾਸ ਦੇ ਕਿਲੇ ਅਸਲ ਵਿੱਚ ਦੋ ਹਨ। ਇੱਕ ਰੋਹਤਾਸ ਦਾ ਕਿਲਾ ਜੇਹਲਮ ਹੁਣ ਪਾਕਿਸਤਾਨ ਵਿੱਚ ਦੇ ਜ਼ਿਲ੍ਹੇ ਵਿੱਚ ਹੈ। ਜੇਹਲਮ ਸ਼ਹਿਰ ਤੋਂ 14 ਕੁ ਮੀਲ ਉੱਤਰ ਪੱਛਮ ਵੱਲ ਹੈ। ਇਹ ਕਿਲਾ ਸ਼ੇਰ ਸ਼ਾਹ ਸੂਰੀ ਨੇ ਸੰਨ 1542 ਈਸਵੀ ਵਿੱਚ 40.25 ਲੱਖ ਰੁਪਇਆ ਖਰਚ ਕੇ ਬਣਵਾਇਆ ਸੀ। ਕਿਲੇ ਦਾ ਖਿਲਾਰਾ 2.5 ਮੀਲ ਹੈ। ਫਸੀਲ 30 ਫੁੱਟ ਚੌੜੀ ਅਤੇ 30 ਫੁੱਟ ਤੋਂ 50 ਫੁੱਟ ਤੱਕ ਉੱਚੀ ਹੈ, ਭਾਵ ਕਿਤੋਂ 30 ਫੁੱਟ ਹੈ, ਕਿਤੋਂ 50 ਫੁੱਟ ਹੈ। ਚਾਰੇ ਪਾਸੇ 68 ਬੁਰਜ ਹਨ ਅਤੇ 12 ਦਰਵਾਜ਼ੇ ਹਨ। ਕਈ ਦਰਵਾਜ਼ੇ ਹੁਣ ਚੰਗੀ ਹਾਲਤ ਵਿੱਚ ਨਹੀਂ ਹਨ। ਵੱਡੇ ਦਰਵਾਜ਼ੇ ਦੀ ਉਚਾਈ 70 ਫੁੱਟ ਹੈ। ਇਸ ਕਿਲੇ ਦੇ ਅੰਦਰ ਜੋ ਪਿੰਡ ਵਸਦਾ ਹੈ ਉਸ ਦਾ ਨਾਂ ਵੀ ਰੋਹਤਾਸ ਹੈ। ਬੰਗਾਲ ਵਿੱਚ ਸ਼ੇਰ ਸ਼ਾਹ ਸੂਰੀ ਦਾ ਰੋਹਤਾਸ ਨਾਂ ਦਾ ਕਿਲਾ ਜੋ ਸ਼ਾਹਬਾਦ ਜ਼ਿਲ੍ਹੇ ਵਿੱਚ ਹੈ, ਉਸ ਦੀ ਨਕਲ ਕਰਕੇ ਇਹ ਕਿਲਾ ਜੇਹਲਮ ਵਾਲਾ ਸ਼ੇਰ ਸ਼ਾਹ ਸੂਰੀ ਨੇ ਬਣਵਾਇਆ ਸੀ। ਹੁਣ ਇਸ ਜੇਹਲਮ ਵਾਲੇ ਕਿਲੇ ਦਾ ਹਾਲ ਬੜਾ ਖਸਤਾ ਹੈ। ਸਤਿਗੁਰੂ ਨਾਨਕ ਦੇਵ ਦਾ ਇੱਕ ਚਸ਼ਮਾ ਇੱਥੇ ਪਵਿੱਤਰ ਅਸਥਾਨ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਦੀ ਯਾਤਰਾ ਨੂੰ ਦੂਰ ਦੂਰ ਤੋਂ ਪ੍ਰੇਮੀ ਸਿੱਖ ਆਉਂਦੇ ਸਨ। ਹੁਣ ਦੀ ਵਾਹਿਗੁਰੂ ਜਾਣੇ ਕਿਸ ਹਾਲਤ ਵਿੱਚ ਹੈ। ਸ਼ਾਇਦ ਭਾਗਾਂ ਵਾਲੀਆਂ ਅੱਖਾਂ ਹੁਣ ਵੀ
ਦਰਸ਼ਨ ਕਰਦੀਆਂ ਹੋਣ। ਬੰਗਾਲ ਦੇ ਰੋਹਤਾਸ ਸ਼ਬਦ ਦਾ ਮੂਲ ਰੋਹਤਾਸ ਹੈ। ਇੱਥੇ ਹਰੀਸ਼ ਚੰਦਰ ਦੇ ਪੁੱਤਰ ਰੋਹਤਰਾਸ ਨੇ, ਜਿਸ ਨੂੰ ਰੋਹਿਤ ਵੀ ਲਿਖਿਆ ਗਿਆ ਹੈ, ਇਸ ਨਾਮ ਦਾ ਇੱਕ ਨਗਰ ਵਸਾਇਆ ਸੀ। ਰੋਹਤਾਸ ਦੇ ਦੋਹਾਂ ਕਿਲਿਆਂ ਦੇ ਟਿਕਾਣੇ ਬਾਰੇ ਅਤੇ ਇੱਕ ਜਾਂ ਦੋ ਹੋਣ ਬਾਰੇ ਵੀ ਬਹੁਤੇ ਪ੍ਰਚਾਰਕ ਸੱਜਣਾਂ ਨੂੰ ਟੱਪਲਾ ਲੱਗ ਜਾਂਦਾ ਹੈ। ਕਈ ਬੁਲਾਰਿਆਂ ਵੱਲੋਂ ਮਹਾਰਾਣੀ ਜਿੰਦਾਂ ਨੂੰ ਅੰਗਰੇਜ਼ਾਂ ਹੱਥੋਂ ਰੋਹਤਾਸ ਦੇ ਕਿਲ੍ਹੇ ਵਿੱਚ ਕੈਦ ਦਾ ਤਾਂ ਵਰਣਨ ਕਰ ਦਿੱਤਾ ਜਾਂਦਾ ਹੈ, ਪਰ ਇਹ ਕਿਲ੍ਹਾ ਕਿੱਥੇ ਸਥਿਤ ਹੈ ਇਹ ਪਤਾ ਨਹੀਂ ਹੁੰਦਾ। ਅਹਿਮਦ ਸ਼ਾਹ ਅਬਦਾਲੀ ਦਾ ਚਾਚਾ ਸਰ ਬੁਲੰਦ ਖਾਂ ਬੜੇ ਤਕੜੇ ਲਸ਼ਕਰ ਦਾ ਆਗੂ ਬਣ ਕੇ ਸਿੱਖਾਂ ਵਿਰੁੱਧ ਆਇਆ ਸੀ। ਉਸ ਨੂੰ ਸਰਦਾਰ ਚੜ੍ਹਤ ਸਿੰਘ ਨੇ ਕਿਹੜੇ ਰੋਹਤਾਸੋਂ ਫੜਿਆ ਸੀ, ਇਹ ਵੀ ਸਧਾਰਨ ਪਾਠਕ ਲਈ ਭੁਲੇਖੇ ਦਾ ਹੀ ਕਾਰਨ ਸੀ। ਇਹਨਾਂ ਗੁੰਝਲਾਂ ਨੂੰ ਸਾਫ਼ ਕਰਨ ਲਈ ਇਤਨਾ ਵਿਸਥਾਰ ਦੇਣਾ ਪਿਆ ਹੈ, ਭਾਵੇਂ ਅਸਲ ਸਿਰਲੇਖ ਨਾਲ ਇਸ ਦਾ ਕੋਈ ਸੰਬੰਧ ਨਹੀਂ। ਮੇਰਾ ਇਹ ਨਿਮਾਣਾ ਯਤਨ ਪਾਠਕ ਨੂੰ ਜਾਣਕਾਰੀ ਦੇਣਾ ਹੈ, ਬਿਲੋੜਾ ਅਕਾਉਣਾ ਨਹੀਂ। ਸਿੱਖਾਂ ਨੂੰ ਇਸ ਹਾਲਤ ਵਿੱਚ ਕਿਸੇ ਪਾਸਿਓਂ ਤੁਰੰਤ ਸਹਾਇਤਾ ਦੀ ਕੋਈ ਆਸ ਨਹੀਂ ਸੀ, ਸੋ ਇਹ ਫੈਸਲਾ ਕੀਤਾ ਗਿਆ ਕਿ ਅੰਦਰ ਘਿਰ ਕੇ ਭੁੱਖ ਨਾਲ ਮਰਨ ਨਾਲੋਂ ਘੇਰਾ ਤੋੜ ਕੇ ਨਿਕਲ ਜਾਇਆ ਜਾਵੇ। ਸੋ ਇੱਕ ਪਾਸੇ ਆਪਣੇ ਉਲਾਰ ਦਾ ਝਾਕਾ ਦੇ ਕੇ ਕਮਜ਼ੋਰ ਬਾਹੀ ਚੀਰ ਕੇ ਨਿਕਲ ਗਏ। ਸ਼ਹਿਰ ਅਤੇ ਕਿਲ੍ਹਾ ਸਿੱਖਾਂ ਪਾਸੋਂ ਜਾਂਦਾ ਰਿਹਾ ਅਤੇ ਉਹਨਾਂ ਨੂੰ ਦੁਰਾਡੇ ਧੱਕ ਦਿੱਤਾ ਗਿਆ। ਇਹ ਨਵੰਬਰ 1710 ਦੀ ਘਟਨਾ ਹੈ। ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਬੜੀ ਤਕੜੀ ਫੌਜ ਨਾਲ ਰਾਜਪੂਤ ਬਾਗੀ ਰਾਜਿਆਂ ਦੇ ਨਾਲ ਲੱਗਦੇ ਪ੍ਰਾਂਤ ਵਿੱਚ ਉਹਨਾਂ ਦੀ ਮੁਹਿੰਮ ਨੂੰ ਲਗਭਗ ਸਰ ਕਰ ਚੁੱਕਾ ਸੀ, ਪਰ ਉਹਨਾਂ ਬਾਗੀ ਰਾਜਿਆਂ ਨਾਲੋਂ ਬਾਦਸ਼ਾਹ ਨੂੰ ਸਿੱਖਾਂ ਵੱਲੋਂ ਬਹੁਤਾ ਤੌਖਲਾ ਸੀ। ਬਹਾਦਰ ਸ਼ਾਹ ਇਹਨਾਂ ਰਾਜਿਆਂ ਨੂੰ ਡਰਾ ਧਮਕਾ ਕੇ ਝਟਪਟ ਸੁਲ੍ਹਾ ਕਰ ਤਕੜੇ ਦੁਸ਼ਮਣ ਵੱਲ ਵਧਣਾ ਚਾਹੁੰਦਾ ਸੀ। ਉਹ ਰਾਜੇ ਬਹੁਤੇ ਦਲੇਰ ਅਤੇ ਤਕੜੇ ਨਹੀਂ ਜਾਪਦੇ ਜੋ ਬੁਰੀ ਤਰ੍ਹਾਂ ਫਸੇ ਹੋਏ ਬਾਦਸ਼ਾਹ ਨਾਲ ਝੱਟ ਸੁਲ੍ਹਾ ਤੇ ਉਤਰ ਆਏ। ਉਹ ਉਹਨਾਂ ਦੀ ਆਜ਼ਾਦੀ ਦਾ ਦੁਸ਼ਮਣ ਹੈ, ਪਰ ਉਹ ਉਸ ਦੀ ਮੁਸੀਬਤ ਅਤੇ ਮੁਸ਼ਕਿਲ ਨੂੰ ਗੰਭੀਰ ਬਣਾ ਕੇ ਬਹੁਤਾ ਲਾਭ ਲੈਣ ਦੀ ਬਜਾਏ ਉਸ ਦਾ ਕੰਮ ਸੁਖਾਲਾ ਕਰਦੇ ਹਨ ਕਿ ਨਿਸ਼ਚਿੰਤ ਹੋ ਕੇ ਮੁਲਕ ਦੀ ਆਜ਼ਾਦੀ ਲਈ ਜੂਝ ਰਹੇ ਸਿੱਖਾਂ ਵਿਰੁੱਧ ਲੜੇ ਅਤੇ ਇਸ ਲਹਿਰ ਨੂੰ ਨੁਕਸਾਨ ਪਹੁੰਚਾ ਕੇ ਸਿਰੋਂ ਹੀ ਖਤਮ ਕਰ ਦੇਵੇ। ਇਹਨਾਂ ਮੂੜ ਮਤ ਰਾਜੇ ਰਾਣੀਆਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੀ ਸਿੱਖ ਸ਼ਕਤੀ ਨੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਮੁਗਲ ਰਾਜ ਨੂੰ ਦਿਨੇ ਤਾਰੇ ਵਿਖਾ ਦਿੱਤੇ ਸਨ, ਬਾਦਸ਼ਾਹ ਜੇ ਉਹਨਾਂ ਨੂੰ ਦਬਾ ਦੇਣ ਵਿੱਚ ਸਫਲ ਹੋ ਜਾਂਦਾ ਤਾਂ ਉਹ ਵਿਹਲਾ ਹੋ ਕੇ ਇਹਨਾਂ ਰਾਜਿਆਂ ਦਾ ਘੂਰ ਨਾ ਕੱਢ ਛੱਡੇਗਾ। ਸਪਸ਼ਟ ਹੈ ਕਿ ਮੁਗਲ ਬਾਦਸ਼ਾਹ ਇਹਨਾਂ ਰਾਜਿਆਂ ਨੂੰ ਸਿੱਖਾਂ ਦੇ ਮੁਕਾਬਲੇ ਤੇ ਕੀ ਸਮਝਦਾ ਸੀ। ਉਸ ਦੀ ਨਿਗਾਹ ਵਿੱਚ ਮੁਗਲ ਹਕੂਮਤ ਨੂੰ ਸਭ ਤੋਂ ਜ਼ਿਆਦਾ ਖਤਰਾ ਸਿੱਖਾਂ ਤੋਂ ਸੀ, ਜਿਨ੍ਹਾਂ ਦੀ ਸ਼ਕਤੀ ਇੱਕ ਯੋਗ ਆਗੂ ਥੱਲੇ ਦਿਨ ਬ ਦਿਨ ਵੱਧ ਰਹੀ ਸੀ। ਸਭ ਤੋਂ ਅਚੰਭੇ ਵਾਲੀ ਗੱਲ ਇਹ ਕਿ ਇਹਨਾਂ ਰਾਜਿਆਂ ਨੇ ਬਹਾਦਰ ਸ਼ਾਹ ਨਾਲ ਸੁਲ੍ਹਾ ਹੀ ਨਹੀਂ ਕੀਤੀ, ਸਗੋਂ ਇਹਨਾਂ ਚੋਂ ਕਈਆਂ ਨੇ ਇਸ ਵੱਲੋਂ ਹੋ ਕੇ ਸਿੱਖਾਂ ਵਿਰੁੱਧ ਲੜਾਈ ਲੜਨ ਦੀ ਸੇਵਾ ਵੀ ਆਪਣੇ ਸਿਰ ਲਈ। ਚਤਰਸਾਲ ਬੰਦੇਲੇ ਅਤੇ ਉਦੈਂਤ ਸੈਨ ਵਰਗੇ ਆਪਣੀਆਂ ਫੌਜਾਂ ਲੈ ਕੇ ਬਾਦਸ਼ਾਹ ਦੇ ਨਾਲ ਹੋ ਤੁਰੇ ਤਾਂ ਕਿ ਸਿੱਖਾਂ ਵਿਰੁੱਧ ਬਾਦਸ਼ਾਹ ਦੀ ਜਿੱਤ ਲਈ ਸਹਾਈ ਹੋ ਸਕਣ। ਮੁਗਲ ਸਾਮਰਾਜ ਨੂੰ ਖਤਮ ਕਰਨ ਲਈ ਕੌਣ ਸਿਰੋਂ ਪਰੇ ਜ਼ੋਰ ਲਾ ਰਿਹਾ ਸੀ, ਇਸ ਗੁਲਾਮੀ ਨੂੰ ਸਦਾ ਲਈ ਪੱਕਿਆਂ ਕਰਨ ਲਈ ਕੌਣ ਸਾਜ਼ਿਸ਼ ਕਰ ਰਿਹਾ ਸੀ, ਇਸ ਘਟਨਾ ਤੋਂ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ। ਸ਼ਮਸ਼ ਖਾਂ ਆਪਣਾ ਲਾਮ ਲਸ਼ਕਰ ਲੈ ਕੇ ਸਰਹਿੰਦ ਉੱਤੇ ਜਾ ਪਿਆ। ਬਾਜ ਸਿੰਘ ਅਤੇ ਆਲੀ ਸਿੰਘ ਹਾਰ ਗਏ ਅਤੇ ਸਰਹੰਦ ਸ਼ਮਸ਼ ਖਾਂ ਦੇ ਕਬਜ਼ੇ ਵਿੱਚ ਆ ਗਿਆ। ਉਹ ਸਿੱਖ ਜੋ ਸਮੇਂ ਸਿਰ ਨਿਕਲ ਨਾ ਸਕੇ ਫੜ ਕੇ ਕਤਲ ਕਰਾ ਦਿੱਤੇ ਗਏ। ਬਾਜ ਸਿੰਘ ਅਤੇ ਆਲੀ ਸਿੰਘ ਆਪਣੀ ਬਚੀ ਫੌਜ ਲੈ ਕੇ ਲੋਹਗੜ੍ਹ ਵੱਲ ਹਟ ਗਏ। ਸਿੱਖਾਂ ਵੱਲੋਂ ਸਰਹੰਦ ਉੱਤੇ ਕਾਇਮ ਕੀਤਾ ਹੋਇਆ ਰਾਜਸੀ ਪ੍ਰਬੰਧ ਇੱਕ ਵਾਰ ਖਤਮ ਕਰ ਦਿੱਤਾ ਗਿਆ। ਬਹਾਦਰ ਸ਼ਾਹ ਦਾ ਬੰਦਾ ਸਿੰਘ ਦੇ ਵਿਰੁੱਧ ਅਜਮੇਰੋਂ ਚੜ੍ਹਾਈ ਕਰਨਾ। ਬਹਾਦਰ ਸ਼ਾਹ ਦਾ ਭਰਾ ਕਾਂ ਬਖਸ਼ ਜੋ ਤਖਤ ਲਈ ਲੜਾਈ ਵਿੱਚ ਸ਼ਾਮਿਲ ਨਾ ਹੋਣ ਕਰਕੇ ਬਚ ਗਿਆ ਸੀ, ਐਸੇ ਵੇਲੇ ਦੱਖਣ ਵਿੱਚ ਸੀ। ਉਹ ਗੁਜਰਾਤ ਦਾ ਸੂਬੇਦਾਰ ਸੀ ਤੇ ਅੱਖ ਉਸ ਦੀ ਵੀ ਪਿਓ ਦੀ ਗੱਦੀ ਤੇ ਹੀ ਸੀ। ਉਸਨੇ ਆਪਣੀ ਕਾਫੀ ਤਾਕਤ ਵਧਾ ਲਈ ਅਤੇ ਖੁੱਲ੍ਹੀ ਬਗਾਵਤ ਕਰਕੇ ਆਪਣੇ ਆਪ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਕਹਿਣ ਲੱਗਾ। ਨੰਦੇੜ ਤੋਂ ਬਾਦਸ਼ਾਹ ਗੁਜਰਾਤ ਵੱਲ ਵਧਿਆ। ਜਨਵਰੀ 1709 ਈਸਵੀ ਵਿੱਚ ਕਾਂ ਬਖਸ਼ ਹਾਰ ਖਾ ਕੇ ਮਾਰਿਆ ਗਿਆ। ਬਹਾਦਰ ਸ਼ਾਹ ਆਪਣੇ ਰਾਜਸੀ ਪ੍ਰਬੰਧ ਦੀ ਮਜ਼ਬੂਤੀ ਲਈ ਦੱਖਣ ਵਿੱਚ 1 ਸਾਲ ਭਰ ਰੁੱਝਾ ਰਿਹਾ। ਅਜੇ ਇਹ ਇੱਧਰ ਹੀ ਸੀ ਕਿ ਰਾਜਪੂਤਾਨੇ
ਹੁਣ ਦਾ ਰਾਜਸਥਾਨ ਦੇ ਕਈ ਸਿਰਕੱਢ ਰਾਜਪੂਤ ਰਾਜਿਆਂ ਨੇ ਦਿੱਲੀ ਹਕੂਮਤ ਵਿਰੁੱਧ ਬਗਾਵਤ ਦਾ ਝੰਡਾ ਖੜਾ ਕਰਕੇ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ। ਇਸ ਭਗਤੀ ਹੋਈ ਅੱਗ ਨੂੰ ਦਬਾਉਣ ਲਈ ਬਹਾਦਰ ਸ਼ਾਹ ਮਈ 1710 ਈਸਵੀ ਨੂੰ ਇੱਧਰ ਆਣ ਪਹੁੰਚਿਆ। ਬੰਦਾ ਸਿੰਘ ਨੇ 12 ਮਈ 1710 ਈਸਵੀ ਨੂੰ ਚੱਪੜਚਿੜੀ ਦੀ ਲੜਾਈ ਵਿੱਚ ਵਜ਼ੀਰ ਖਾਂ ਨੂੰ ਮਾਰ ਕੇ ਮੁਗਲੀਆਂ ਫੌਜ ਨੂੰ ਬੜੀ ਤਕੜੀ ਭਾਜ ਦਿੱਤੀ ਸੀ ਅਤੇ ਸਰਹੰਦ ਦੀ ਬੁਰੀ ਬਰਬਾਦੀ ਹੋਈ ਸੀ। ਸੂਬਾ ਸਰਹੰਦ ਦਾ ਲੜਕਾ ਅਤੇ ਖਵਾਜਾ ਮਾਸੂਮ ਸਰਹੰਦੀ ਨਕਸ਼ਬੰਦੀ ਦਾ ਲੜਕਾ ਆਪਣੇ ਟੱਬਰ ਕਬੀਲੇ ਨੂੰ ਲੈ ਬਚ ਕੇ ਨਿਕਲ ਗਏ ਸਨ। ਸਰਹੰਦ ਦੇ ਕੁਝ ਹੋਰ ਪਤਵੰਤੇ ਅਤੇ ਕੁਝ ਕੁ ਸੈਯਦ ਇਹਨਾਂ ਲੜਕਿਆਂ ਨਾਲ ਰਲ ਕੇ ਬਾਲ ਬੱਚੇ ਨੂੰ ਦਿੱਲੀ ਛੱਡ ਕੇ ਵਾਹੋ ਦਾਹੀ ਬਾਦਸ਼ਾਹ ਅੱਗੇ ਇਨਸਾਫ ਲਈ ਫਰਿਆਦ ਕਰਨ ਖਾਤਰ ਦੱਖਣ ਵੱਲ ਹੋ ਤੁਰੇ। ਇਹ ਵਫਦ ਬਾਦਸ਼ਾਹ ਪਾਸ ਅਜਮੇਰ ਜਾ ਰੋਇਆ ਪਿੱਟਿਆ। ਕਾਫਰਾਂ ਨੇ ਮਾਰ-ਮਾਰ ਸਰਹੰਦ ਬਰਬਾਦ ਕਰ ਦਿੱਤਾ ਹੈ। ਸੈਯਦ ਮੁਗਲ ਪਠਾਨ ਉੱਗੇ ਘਰਾਣੇ ਮਾਰ ਖਪਾਏ ਹਨ। ਮਸੀਤਾਂ ਢਾਹ ਸੁੱਟੀਆਂ। ਸਮਾਣਾ ਸਢੌਰਾ ਆਲੀਸ਼ਾਨ ਮੁਸਲਮੀ ਸ਼ਹਿਰ ਦਰੜ ਸੁੱਟੇ ਹਨ। ਮੋਮਨਾਂ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਹੈ। ਦਰਿਆ ਜਮਨਾ ਅਤੇ ਰਾਵੀ ਦੇ ਵਿਚਕਾਰ ਮੁਗਲਿਆ ਰਾਜ ਦੇ ਪਰਖਚੇ ਉਡਾ ਸੁੱਟੇ ਹਨ। ਬਹੁਤ ਸਾਰੇ ਮੁਸਲਮਾਨ ਇਸਲਾਮ ਤਿਆਗ ਕੇ ਸਿੱਖ ਬਣ ਗਏ ਹਨ। ਖੁਦਾ ਦਾ ਕਹਿਰ ਵਰਤ ਗਿਆ ਹੈ। ਇੰਨੇ ਮੁਲਕ ਵਿੱਚ ਕਿਧਰੇ ਅਜਾਨ ਸੁਣਾਹੀ ਨਹੀਂ ਦਿੰਦੀ। ਜਗੀਰਾਂ ਖਤਮ ਕਰਕੇ ਜ਼ਮੀਨ ਹਲ ਵਾਹਕਾਂ ਨੂੰ ਵੰਡ ਦਿੱਤੀ ਗਈ ਹੈ। ਕਾਫਰ ਅਤੇ ਕਾਇਰ ਹਿੰਦੂ ਪਹੁਲ ਲੈ ਕੇ ਬੰਦੇ ਨਾਲ ਰਲਦਾ ਜਾਂਦਾ ਹੈ। ਜਿਹੜੇ ਕੱਲ ਅੱਖਾਂ ਨਹੀਂ ਸਨ ਚੁੱਕਦੇ ਸਿੰਘ ਬਣ ਕੇ ਸਾਨੂੰ ਘੂਰ ਕੇ ਵੇਖਣ ਲੱਗ ਪਏ ਹਨ। ਬੰਦਾ ਸਿੰਘ ਨੇ ਜਜ਼ੀਆ ਹੁਕਮਣ ਬੰਦ ਕਰ ਦਿੱਤਾ ਹੈ। ਸਰਕਾਰੀ ਖਜ਼ਾਨੇ ਲੁੱਟ ਕੇ ਇਹ ਕਹਿ ਹਿੰਦੂਆਂ ਵਿੱਚ ਵੰਡ ਰਿਹਾ ਹੈ ਕਿ ਸਰਕਾਰ ਪਾਸੋਂ ਮੈਂ ਤੁਹਾਡਾ ਦਿੱਤਾ ਜਜ਼ੀਆ ਵਾਪਸ ਮੁੜਵਾ ਰਿਹਾ ਹਾਂ। ਉਹਨਾਂ ਤਾਕਤ ਨਾਲ ਵਸੂਲਿਆ ਸੀ, ਖਾਲਸਾ ਆਪਣੇ ਖੌਂਸੜੇ ਨਾਲ ਵਾਪਸ ਕਰਵਾ ਰਿਹਾ ਹੈ। ਇਹਦੀਆਂ ਅਤੇ ਸੈਯਦਾਂ ਦੀਆਂ ਪਾਲਕੀਆਂ ਕੋਈ ਨਹੀਂ ਚੁੱਕਦਾ। ਆਮਲਾ ਹਾਕਮਾਂ ਅਤੇ ਸੈਯਦਾਂ ਦੀਆਂ ਹਿੰਦੂਆਂ ਵੱਲੋਂ ਖਿਦਮਤ ਖਤਮ, ਜਗੀਰਦਾਰੀ ਤੋੜੀ, ਜਜ਼ੀਆ ਬੰਦ, ਅਜਾਨ ਤੇ ਰੋਕ, ਈਦ ਤੇ ਗਾਂ ਦੀ ਕੁਰਬਾਨੀ ਦੀ ਮਨਾਹੀ, ਗੋਸ਼ਤ ਲਈ ਗਾਂ ਹਲਾਲ ਕਰਨ ਤੇ ਪਾਬੰਦੀ। ਹਕੂਮਤ ਦਾ ਕੰਮ ਤਾਂ ਤਹਿਸ ਨਹਿਸ ਹੀ ਹੋ ਗਿਆ। ਇਸਲਾਮ ਵੀ ਬਰਬਾਦ। ਮੁੱਕਦੀ ਗੱਲ ਹੋਈਆਂ ਅਣਹੋਈਆਂ ਵਧਾ ਚੜਾ ਝੂਠ ਨਾਲ ਖੂਬ ਲਿੱਥ ਪੋਚ ਕੇ ਦਸੀਆਂ। ਹੋਰ ਤਪਾਇਆ ਕਿ ਜਿੱਲੇ ਇਲਾਹੀ ਤੁਹਾਡੀ ਸ਼ਾਨ ਹੁਣ ਕਿੱਥੇ ਰਹੀ। ਕਾਫਰਾਂ ਦੇ ਦਲ ਦੀਆਂ ਕਾਂਗਾਂ ਚੜੀਆਂ ਆਉਂਦੀਆਂ ਹਨ। ਜੇ ਰਤਾ ਮਾਸਾ ਵੀ ਦੇਰ ਹੋਈ ਤਾਂ ਇਹ ਚੜਿਆ ਸਲਾਬ ਹਜੂਰ ਦੇ ਵੱਡ ਵਡੇਰਿਆਂ ਵੱਲੋਂ ਤਲਵਾਰਾਂ ਮਾਰ ਕੇ ਕਾਇਮ ਕੀਤਾ ਹੋਇਆ ਇਸਲਾਮੀ ਰਾਜ ਪਲਾਂ ਵਿੱਚ ਰੋੜ ਕੇ ਲੈ ਜਾਵੇਗਾ। ਤੁਸੀਂ ਛੇਤੀ ਕੂਚ ਕਰੋ ਅਤੇ ਮੁਲਕ ਬਚਾਵੋ। ਐਸਾ ਨਾ ਹੋਵੇ ਕਿ ਤੁਸੀਂ ਇੱਥੇ ਹੀ ਬੈਠੇ ਰਹਿ ਜਾਵੋ ਅਤੇ ਉੱਧਰ ਕਾਫਰ ਦਿੱਲੀ ਤੇ ਵੀ ਸਰਹੰਦ ਵਾਂਗ ਕਬਜ਼ਾ ਕਰ ਲੈਣ ਅਤੇ ਹਜੂਰ ਨੂੰ ਆਪਣੇ ਪੜਦਾਦੇ ਦੇ ਅੱਬਾ ਹਜੂਮ ਵਾਂਗ ਮੁਲਕ ਬਦਰ ਹੋਣਾ ਪਵੇ। ਰਾਜ ਤਾਂ ਮਿਟੇਗਾ ਹੀ, ਨਾਲ ਇਸਲਾਮ ਦੀ ਵੀ ਖੈਰ ਨਹੀਂ। ਸੁਣ ਕੇ ਬਾਦਸ਼ਾਹ ਤਾਂਬੇ ਵਾਂਗ ਭਖ ਉੱਠਿਆ। ਬਾਦਸ਼ਾਹਾਂ ਨੇ ਰਾਜਪੂਤ ਬਾਗੀ ਰਾਜਿਆਂ ਦੀ ਬਗਾਵਤ ਨੂੰ ਕੁਚਲਣ ਲਈ ਹੋਰ ਉਲਝਣ ਅਤੇ ਅਟਕਣ ਦੀ ਥਾਂ ਉਹਨਾਂ ਨਾਲ ਬੜੀ ਕਾਹਲੀ ਵਿੱਚ ਸੁਲ੍ਹਾ ਦੀਆਂ ਸ਼ਰਤਾਂ ਤੈਅ ਕਰ ਲਈਆਂ ਅਤੇ ਕੂਚ ਦੀ ਤਿਆਰੀ ਦਾ ਹੁਕਮ ਦੇ ਦਿੱਤਾ। ਰਾਜਪੂਤਾਂ ਨਾਲ ਇੰਜ ਨਿਬੇੜ ਕੇ ਬਹਾਦਰ ਸ਼ਾਹ ਨੇ ਜੂਨ 1710 ਈਸਵੀ ਦੇ ਅਖੀਰਲੇ ਦਿਨ ਅਜਮੇਰੋਂ ਪੰਜਾਬ ਵੱਲ ਕੂਚ ਕਰ ਦਿੱਤਾ। ਕਈ ਹਿੰਦੂ ਰਾਜਪੂਤ ਰਾਜੇ ਬਾਦਸ਼ਾਹ ਅਤੇ ਮੁਗਲ ਰਾਜ ਦੀ ਖੈਰ ਖਾਈ ਅਤੇ ਨਮਕ ਹਲਾਲੀ ਵਿੱਚ ਇੰਨੇ ਲੀਨ ਹੋ ਗਏ ਕਿ ਉਹ ਵੀ ਆਪਣੇ ਦਲ ਲੈ ਕੇ ਬਾਦਸ਼ਾਹ ਦੀ ਜੰਗੀ ਸਹਾਇਤਾ ਲਈ ਪੰਜਾਬ ਵੱਲ ਨਾਲ ਹੀ ਤੁਰ ਪਏ। ਇਹਨਾਂ ਵਿੱਚੋਂ ਉੱਗੇ ਚਤਰਸਾਲ ਬੁਦੇਲ ਅਤੇ ਉਦੈਤ ਸੈਨ ਬੁਦੇਲਾ ਸਨ। ਬਾਦਸ਼ਾਹ ਨੇ ਤੇਜ਼ ਰਫ਼ਤਾਰ ਸਵਾਰਾਂ ਰਾਹੀਂ ਸੂਬੇਦਾਰ ਇਲਾਹਾਬਾਦ, ਸੂਬੇਦਾਰ ਲਖਨਊ, ਸੂਬੇਦਾਰ ਮੁਰਾਦਾਬਾਦ, ਸੂਬੇਦਾਰ ਦਿੱਲੀ, ਬਾਹਰਾ ਸਾਦਾਤ ਦੇ ਸਰਦਾਰ ਸੈਯਦ ਅਬਦੁੱਲਾ ਨੂੰ ਹੁਕਮ ਜਾਰੀ ਕੀਤੇ ਕਿ ਆਪਣੀਆਂ ਫੌਜਾਂ ਲੈ ਕੇ ਬਾਦਸ਼ਾਹੀ ਲਸ਼ਕਰ ਨਾਲ ਆ ਮਿਲਣ। ਜੁਲਾਈ 1710 ਈਸਵੀ ਵਿੱਚ ਬਾਦਸ਼ਾਹ ਨੇ ਜੈਨੂਦੀਨ ਅਹਿਮਦ ਖਾਂ ਨੂੰ ਸਰਹੰਦ ਦਾ ਗਵਰਨਰ ਥਾਪ ਦਿੱਤਾ। ਫਿਰੋਜ਼ ਖਾਂ ਮੈਵਾਤੀ, ਜੋ ਇੱਕ ਪ੍ਰਸਿੱਧ ਸੂਰਮਾ ਸੀ, ਮੋਹਰਖੇ ਸੁਰੱਖਿਆ ਦਲ ਦਾ ਕਮਾਂਡਰ ਬਣਾਇਆ ਗਿਆ। ਮੁਹੰਮਦ ਅਮੀਨ ਖਾਂ, ਜੋ ਮੁਰਾਦਾਬਾਦ ਦਾ ਸੂਬੇਦਾਰ ਸੀ, ਆਪਣੇ ਪੁੱਤ
ਕਰੂਮੁਦੀਨ ਖਾਨ ਅਤੇ ਫੌਜ ਸਮੇਤ ਬਾਦਸ਼ਾਹ ਨੂੰ ਹਰਿਆਣੇ ਵਿੱਚ ਮਿਲੇ। ਬਾਹਰਾ ਸ਼ਾਦਾਤ ਦੇ ਇੱਕ ਹੋਰ ਜੰਗਜੂ ਸਈਅਦ ਵਜੀਹੁਦੀਨ ਦੇ ਤਹਿਤ ਇੱਕ ਤਕੜਾ ਸ਼ਕਤੀਸ਼ਾਲੀ ਫੌਜੀ ਦਸਤਾ ਫਿਰੋਜ਼ ਖਾਂ ਮੇਵਾਤੀ ਦੀ ਸਹਾਇਤਾ ਲਈ ਅੱਗੇ ਨੂੰ ਤੋਰ ਦਿੱਤਾ। ਬਾਦਸ਼ਾਹ ਦਿੱਲੀ ਲਾਗੇ ਪਹੁੰਚ ਚੁੱਕਾ ਸੀ ਅਤੇ ਕੈਂਪ ਵਿੱਚ ਹੀ ਸੀ। ਢੰਡੋਰਚੀਆਂ ਰਾਹੀਂ ਸਾਰੇ ਲਸ਼ਕਰ ਤੇ ਦਿੱਲੀ ਸ਼ਹਿਰ ਵਿੱਚ ਸਖਤੀ ਨਾਲ ਆਪਣੇ ਹੁਕਮ ਦੀ ਬੁਨਿਆਦੀ ਕਰਾ ਦਿੱਤੀ ਕਿ ਨਾ ਕੋਈ ਲਸ਼ਕਰ ਚੋਂ ਦਿੱਲੀ ਵੱਲ ਆਵੇ ਤੇ ਨਾ ਹੀ ਕੋਈ ਦਿੱਲੀਓਂ ਬਾਹਰ ਨਿਕਲੇ। ਸੋਨੀਪਤ ਦੀ ਜ਼ਿੰਮੇਦਾਰੀ ਕੋਕਲਤਾਸ਼ ਖਾਨ ਨੂੰ ਸੌਂਪੀ ਗਈ। ਬਹਾਦਰ ਖਾਂ ਦੇ ਮਨ ਤੇ ਸਿੱਖੀ ਸਰੂਪ ਦਾ ਬੜਾ ਭੈੜਾ ਭੈ ਬਣ ਚੁੱਕਾ ਸੀ। ਉਨੀ ਦਿਨੋਂ ਹਿੰਦੂ ਵੀ ਸਿੱਖਾਂ ਅਤੇ ਮੁਸਲਮਾਨਾਂ ਦੇ ਵੇਖੋ ਵੇਖੀ ਦਾੜੀਆਂ ਰੱਖਣ ਲੱਗ ਪਏ ਸਨ। ਬਾਦਸ਼ਾਹ ਨੂੰ ਤੌਖਲਾ ਸੀ ਕਿ ਕਿਧਰੇ ਸਿੱਖ ਉਸ ਦੇ ਕੈਂਪ ਵਿੱਚ ਘੁਸ ਕੇ ਕੋਈ ਨੁਕਸਾਨ ਨਾ ਕਰ ਦੇਣ। ਇਸ ਦੇ ਬਚਾਅ ਵਜੋਂ ਉਸਨੇ ਆਰੰਭ ਸਤੰਬਰ 1710 ਈਸਵੀ ਨੂੰ ਹੁਕਮ ਜਾਰੀ ਕੀਤਾ ਕਿ ਉਸਦੇ ਕੈਂਪ ਵਿੱਚ ਸਾਰੇ ਹਿੰਦੂ ਦਾੜੀਆਂ ਮੁੰਡਵਾ ਦੇਣ। ਇਸ ਹੁਕਮ ਦੀ ਫੌਰਨ ਤਾਮੀਲ ਕੀਤੀ ਗਈ। ਰਸਤੇ ਦੇ ਸਾਰੇ ਨਵਾਬ ਅਤੇ ਜਗੀਰਦਾਰ ਆਪਣੇ ਆਪਣੇ ਦਲ ਅਤੇ ਮਲਖਈਆਂ ਨਾਲ ਲੈ ਕੇ ਸ਼ਾਹੀ ਲਸ਼ਕਰ ਵਿੱਚ ਰਲਦੇ ਗਏ। ਹਰ ਕੋਈ ਚਾਹੁੰਦਾ ਸੀ ਕਿ ਉਹ ਬਾਦਸ਼ਾਹ ਅਤੇ ਇਸਲਾਮ ਦੀ ਵੱਧ ਚੜ੍ਹ ਕੇ ਸੇਵਾ ਕਰੇ ਅਤੇ ਨਾਮਣਾ ਅਤੇ ਸਵਾਬ ਖੱਟੇ। ਹਿੰਦੂ ਵੀ ਪਛਾਣ ਨਾ ਰਹੇ। ਭਗਤਪੁਰ ਦਾ ਧੜਵੈਲ ਜਗੀਰਦਾਰ ਚੂੜਾਮਣ ਜਾਟ ਨੇ ਵੀ ਆਪਣੇ ਸਾਰੇ ਲਾਮ ਲਸ਼ਕਰ ਸਮੇਤ ਦਿੱਲੀ ਲਾਗੇ ਪਾਤਸ਼ਾਹ ਦੀ ਸੇਵਾ ਵਿੱਚ ਫਰਮਾ ਬਰਦਾਰੀ ਅਤੇ ਨਮਕ ਹਲਾਲੀ ਵਜੋਂ ਆਣ ਸਿਰ ਝੁਕਾਇਆ ਅਤੇ ਸ਼ਾਹੀ ਲਸ਼ਕਰ ਵਿੱਚ ਸ਼ਾਮਿਲ ਹੋ ਗਿਆ। ਸ਼ਾਹੀ ਕੈਂਪ ਦਾ ਕੋਈ ਆਰ ਪਾਰ ਨਹੀਂ ਸੀ ਦਿਸਦਾ। ਇਹ ਸਾਰਾ ਲਾ ਤਾਦਾਦ ਲਸ਼ਕਰ ਸਮੇਂ ਦੇ ਹਰ ਤਰ੍ਹਾਂ ਦੇ ਹਥਿਆਰਾਂ, ਅਸਲੇ, ਜਰਾਹਾਂ ਅਤੇ ਰਸਦ ਪੱਠੇ ਨਾਲ ਲੈਸ ਹੋ ਕੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਅਗਵਾਈ ਵਿੱਚ ਉਹਨਾਂ ਮਨਚਲਿਆਂ ਆਜ਼ਾਦੀ ਦੇ ਪਰਵਾਨਿਆਂ ਨਾਲ ਟਕਰਾਉਣ ਜਾ ਰਿਹਾ ਸੀ ਜਿਨ੍ਹਾਂ ਪਾਸ ਨਾ ਤਾਂ ਪੂਰੇ ਹਥਿਆਰ, ਨਾ ਹੀ ਗੋਲੀ ਸਿੱਕਾ ਅਤੇ ਨਾ ਹੀ ਰਸਦ ਪਾਣੀ ਹੀ ਸੀ। ਸਿਰਫ ਦੇਸ਼ ਧਰਮ ਦੀ ਸ਼ਮਾ ਤੇ ਭੁੱਜ ਮਰਨ ਦੀ ਹੀ ਰੀਝ ਸੀ। ਹਿੰਦੁਸਤਾਨ ਦੀ ਬਾਦਸ਼ਾਹੀ ਐਡਾ ਵੱਡਾ ਗਿਣਤੀ ਰਹਿਤ ਲਸ਼ਕਰ ਅਤੇ ਦੂਜੇ ਪਾਸੇ ਮੁੱਠੀ ਭਰ ਲੋਕ। ਸਮੇਂ ਦੀਆਂ ਅੱਖਾਂ ਨੇ ਇਤਿਹਾਸ ਵਿੱਚ ਐਸਾ ਮੁਕਾਬਲਾ ਬਹੁਤ ਘੱਟ ਵੇਖਿਆ ਸੀ। ਐਡੇ ਵੱਡੇ ਲਸ਼ਕਰ ਜਿਸ ਵਿੱਚ ਬੇਸ਼ੁਮਾਰ ਸਿਪਾਹੀ, ਆਲਾ ਤੋਪਖਾਨਾ, ਅਗਵਾਈ ਲਈ ਪ੍ਰਸਿੱਧ ਜਰਨੈਲ, ਚੋਣਵੇਂ ਜੰਗਜੂ, ਸਾਦਾਤ, ਬਾਹਰਾ ਦੇ ਸੂਰਬੀਰ, ਸਈਅਦਾਂ ਦੇ ਤੁਮਣ ਸਾਥ, ਰਾਜਪੂਤੀ ਸ਼ਾਨ ਵਾਲੇ ਸੂਰਮੇ ਅਤੇ ਜਾਟ ਬਹਾਦਰ ਮਰ ਮਿਟਣ ਲਈ ਕਾਹਲੇ। ਮੁਸਲਮਾਨ ਨਵਾਬ ਆਪਣੀਆਂ ਫੌਜਾਂ ਲੈ ਕੇ ਮਿਲ ਚੁੱਕੇ ਸਨ। ਰਲ ਚੁਲ ਕੇ ਮਲਖਈਏ ਦਾ ਕੋਈ ਉੜਕ ਹੀ ਨਹੀਂ। ਇੱਥੋਂ ਤੱਕ ਕਿ ਬਾਦਸ਼ਾਹ ਅਤੇ ਉਸਦੇ ਚਾਰੇ ਪੁੱਤਰ ਵੀ ਅਗਵਾਈ ਦੇ ਹੌਸਲੇ ਵਧਾਉਣ ਖਾਤਰ ਲਸ਼ਕਰ ਦਾ ਮਰਕਜ਼ ਬਣੇ ਹੋਏ ਸਨ। ਇਸ ਤੋਂ ਵੱਧ ਮੁਲਾਣਿਆਂ ਮੁਫਤੀਆਂ ਦੀ ਤਕੜੀ ਧਾੜ ਲਸ਼ਕਰ ਵਿੱਚ ਇਸਲਾਮੀ ਜੋਸ਼ ਚਾੜਨ ਅਤੇ ਹੂਰਾਂ ਵਹਿਸ਼ਤਾਂ ਦੇ ਜਲਵੇ ਦਿਖਾਉਣ ਲਈ ਸਭ ਤੋਂ ਸਰਗਰਮ ਸਿੰਘਾਂ ਦੀ ਤੇਗ ਦੀ ਧਾਕ ਦੀਆਂ ਦਾਸਤਾਨਾਂ ਸੁਣ ਸੁਣ ਕੇ ਬੰਦਾ ਸਿੰਘ ਨੂੰ ਮੋਮਣਾ ਲਈ ਮਲਕੁਲ ਮੌਤ ਸਮਝ ਕੇ ਦਿਲ ਛੱਡ ਗਈਆਂ ਨੂੰ ਨਬੀ ਰਸੂਲ ਦੇ ਨਾਂ ਦੇ ਵਾਸਤੇ ਪਾਪਾ ਤਾਵੀਜ਼ ਲਿਖ ਲਿਖ ਦੇਣ ਅਤੇ ਇਮਾਮ ਜਾਮਣ ਡੋਲਿਆਂ ਤੇ ਬੰਨ੍ਹਣ ਲਈ ਮੌਲਵੀ ਮਲਾਣਿਆਂ ਦਿਨ ਰਾਤ ਇੱਕ ਕੀਤਾ ਪਿਆ ਸੀ। ਇਸ ਮੌਤ ਦੇ ਤੂਫਾਨ ਨੂੰ ਵੇਖ ਕੇ ਵਾਕਿਆ ਹੀ ਕੋਈ ਹੋਰ ਕੌਮ ਹੁੰਦੀ ਤਾਂ 2 ਮੰਜ਼ਲਾਂ ਅੱਗੇ ਜਾ ਕੇ ਬਾਦਸ਼ਾਹ ਦੇ ਜਾਹੋ ਜਲਾਲ ਤੋਂ ਡਰਦੀ, ਪ੍ਰਾਣਾਂ ਦੀ ਭੀਖ ਮੰਗਦੀ ਅਤੇ ਸੁਲਾਹ ਲਈ ਲਿਲਕੜੀਆਂ ਲੈਂਦੀ। ਪਰ ਇਹ ਭੂਰਿਆਂ ਵਾਲੇ ਫੌਲਾਦ ਦਾ ਜਿਗਰਾ ਰੱਖਣ ਵਾਲੇ ਲੋਕ ਸਨ ਜਿਨ੍ਹਾਂ ਆਜ਼ਾਦੀ, ਅਣਖ ਅਤੇ ਦੇਸ਼ ਧਰਮ ਦੇ ਵਕਾਰ ਦੀ ਖਾਤਰ ਮੌਤ ਨੂੰ ਮਸ਼ਕਰੀਆਂ ਕੀਤੀਆਂ। ਉਹ ਦੁਸ਼ਮਣ ਦੀਆਂ ਵੱਧ ਰਹੀਆਂ ਮਾਰੂ ਕਾਂਗਾਂ ਨੂੰ ਕੁੰਡੇ, ਮੁਸ਼ਹਿਰੇ ਅਤੇ ਰੋਹ ਭਰੀਆਂ ਅੱਖਾਂ ਨਾਲ ਚਟਾਨਾਂ ਵਾਂਗੂ ਡਟੇ ਉਡੀਕ ਰਹੇ ਸਨ। ਸਮੇਂ ਦੀ ਬੋਲੀ ਬਹਾਦਰ ਸ਼ਾਹ ਨੂੰ ਸੁਨੇਹਾ ਦੇ ਰਹੀ ਹੈ, ਬਾਦਸ਼ਾਹ ਸਲਾਮਤ, ਜਰਾ ਸੰਭਾਲ ਕੇ, ਅੱਗੇ ਮਠਿਆਈ ਨਹੀਂ ਜੋ ਮੂੰਹ ਭਰ ਕੇ ਬੁਰਕ ਮਾਰ ਲਵੋਗੇ। ਨਿਰੋਲ ਫੌਲਾਦੀ ਚਣੇ ਹਨ, ਇਹ ਦੰਦ ਵੀ ਭੰਨ ਦੇਣਗੇ ਅਤੇ ਗਲੋਂ ਵੀ ਥੱਲੇ ਨਹੀਂ ਉਤਰਨਗੇ। ਸਾਬਤ ਨਿਕਲ ਲਏ ਤਾਂ ਪਚਣਗੇ ਨਹੀਂ, ਆਂਦਰਾਂ ਪਾੜ ਕੇ ਬਾਹਰ ਆ ਜਾਣਗੇ।
ਇਹ ਉਹ ਸਾਹਸਹੀਣ, ਅਣਖਹੀਣ ਅਤੇ ਬਲਹੀਣ ਪੁਤਲੀਆਂ ਨਹੀਂ ਜੋ ਲੱਖਾਂ ਦੀ ਗਿਣਤੀ ਵਿੱਚ ਹੁੰਦੇ ਹੋਏ ਵੀ ਤੁਹਾਡੇ ਵੱਡੇ ਵਡੇਰਿਆਂ ਦੀ ਥੋੜ੍ਹੀ ਜਿਹੀ ਗਿਣਤੀ ਮੂਹਰੇ ਭੇਡਾਂ ਵਾਂਗ ਮਿਆਂਕਦੇ ਹੋਏ ਜਾਨ ਬਚਾਉਣ ਦੀ ਖਾਤਰ ਇੱਜੜਾਂ ਦੇ ਇੱਜੜ ਭੱਜ ਨਿਕਲਦੇ ਸਨ। ਤੁਹਾਡੇ ਗਾਜੀ ਮਹਿੰਦੀ ਲਾਈ ਅਤੇ ਗਾਨੇ ਬੰਨੀ ਅੱਗੇ ਪਿਆਂ ਮੁਰਦਿਆਂ ਤੁਲ ਹੋਇਆਂ ਨੂੰ ਵੱਧ ਮਾਰਦੇ ਸਨ ਅਤੇ ਜਾਮੇ ਵਿੱਚ ਫੁੱਲੇ ਨਹੀਂ ਸਨ ਸਮਾਉਂਦੇ ਅਤੇ ਜਾਪਨਾ। ਤੁਹਾਡੇ ਵਡੇਰੇ ਖੁਸ਼ੀ ਵਿੱਚ ਨਹੀਂ ਸਨ ਮਿਆਉਂਦੇ ਅਤੇ ਬੜੇ ਖਿਤਾਬ ਬਖਸ਼ਦੇ ਸਨ। ਨਿੱਤ ਜਸ਼ਨ ਹੁੰਦੇ ਸਨ, ਪਰ ਤੁਹਾਡੇ ਅੱਗੇ ਨਿਮਾਣੀਆਂ ਪੁਤਲੀਆਂ ਨਹੀਂ ਹਨ। ਅੱਜ ਮੋਹਰੇ ਮਿਆਂਕਣ ਵਾਲੀਆਂ ਭੇਡਾਂ ਨਹੀਂ ਹਨ, ਮੈਦਾਨ ਵਿੱਚ ਬੁੱਕਣ ਵਾਲੇ ਸ਼ੇਰ ਹਨ। ਅੱਜ ਜਿੱਤ ਤੇਗੀ ਤੁਲੂਗੀ। ਇਹ ਗਿਣਤੀਆਂ ਮਿਣਤੀਆਂ ਅਤੇ ਥੁੜ ਜਾਂ ਅਣਹੋਂਦ ਨੂੰ ਖਾਤਰ ਵਿੱਚ ਨਹੀਂ ਲਿਆਉਂਦੇ। ਇਹ ਅਟੇ ਸਟੇ ਸਵਾ ਲੱਖ ਨਾਲ ਟਕਰਨ ਅਤੇ ਗੱਲ ਇੱਕ ਸਿਰੇ ਲਾ ਦੇਣ ਵਿੱਚ ਯਕੀਨ ਰੱਖਦੇ ਹਨ। ਤੇਰੇ ਪਾਸ 2.25 ਸਾਲ ਪੁਰਾਣਾ ਅਤੇ ਸ਼ਕਤੀਸ਼ਾਲੀ ਰਾਜ ਹੈ, ਸਾਰੇ ਹਿੰਦੁਸਤਾਨ ਦਾ ਰਾਜ। ਇਹਨਾਂ ਪਾਸ ਮਸਾਂ 2-3 ਮਹੀਨੇ ਦੀ ਉਮਰ ਦਾ ਰਾਜ ਹੈ, ਜੋ ਰਿੜਨਾ ਵੀ ਨਹੀਂ ਜਾਣਦਾ, ਪਰ ਫਿਰ ਵੀ ਸ਼ਾਹ ਸੰਭਾਲ ਕੇ ਦਲਾਂ ਵਿੱਚ ਨਿਰਾਲੇ ਹੀ ਹੋਣਗੇ ਮੁਕਾਬਲੇ। ਸ਼ਾਹ ਹੋਣੀ ਅੱਜ ਨਾ ਟਲੇ। ਬਾਦਸ਼ਾਹ ਸਿੱਖਾਂ ਵੱਲੋਂ ਇੰਨਾ ਪਰੇਸ਼ਾਨ ਅਤੇ ਘਬਰਾਇਆ ਹੋਇਆ ਸੀ ਕਿ ਉਹ ਆਪਣੀ ਰਾਜਧਾਨੀ ਦਿੱਲੀ ਅੰਦਰ ਵੀ ਨਹੀਂ ਵੜਿਆ। ਕੂਚ ਕਰਕੇ ਰਵਾ ਰਵੀ ਸਿੱਧਾ ਸੋਨੀਪਤ ਵੱਲ ਹੋ ਤੁਰਿਆ ਅਤੇ ਅਕਤੂਬਰ ਦੇ ਆਖਰੀ ਹਫ਼ਤੇ ਇੱਥੇ ਆਣ ਉਤਰਿਆ। ਉਸਨੂੰ ਇੱਥੇ ਹੀ ਖਬਰ ਮਿਲੀ ਕਿ ਮੋਰਖੇ ਸੁਰੱਖਿਆ ਦਲ ਦੀਆਂ ਸਿੱਖਾਂ ਨਾਲ ਕੁਝ ਝੜਪਾਂ ਹੋਈਆਂ ਹਨ। ਕਰਨਾਲੋਂ 24 ਕਿਲੋਮੀਟਰ ਉੱਤਰ ਵਿੱਚ ਅਮੀਨਗੜ੍ਹ ਦੇ ਸਥਾਨ ਤੇ ਫਿਰੋਜ਼ ਖਾਂ, ਮੇਵਾਤੀ ਅਤੇ ਵਿਨੋਦ ਸਿੰਘ ਵਿਚਕਾਰ ਤਕੜੀ ਲੜਾਈ ਹੋਈ ਹੈ। ਫਿਰੋਜ਼ ਖਾਂ ਨੇ ਸ਼ਹੀਦ ਹੋ ਚੁੱਕੇ ਜ਼ਖਮੀ ਹੋਏ ਸਿੱਖਾਂ ਦੇ 300 ਸਿਰ ਕੱਟ ਕੇ ਬਾਦਸ਼ਾਹ ਨੂੰ ਤੋਹਫੇ ਦੇ ਤੌਰ ਤੇ ਸੋਨੀਪਤ ਘਲਾਏ। ਬਾਦਸ਼ਾਹ ਨੇ ਅਤੀ ਪ੍ਰਸੰਨ ਹੋ ਕੇ ਉਸ ਨੂੰ 1 ਲੱਖ ਰੁਪਏ ਨਗਦ ਇਨਾਮ ਦਿੱਤਾ ਅਤੇ ਆਪਣਾ ਪਹਿਲਾ ਫਰਮਾਨ ਬਦਲ ਕੇ ਜੋਨੂਦੀਨ ਖਾਂ ਦੀ ਥਾਂ ਫਿਰੋਜ਼ ਖਾਂ ਮੇਵਾਤੀ ਨੂੰ ਸਰਹੰਦ ਦਾ ਗਵਰਨਰ ਬਣਾ ਦਿੱਤਾ। ਫਿਰੋਜ਼ ਖਾਂ ਅੱਗੇ ਵਧਿਆ। ਵਿਨੋਦ ਸਿੰਘ ਅਤੇ ਰਾਮ ਸਿੰਘ ਨਾਲ ਪਹਿਲਾਂ ਤਰਾਉੜੀ ਅਤੇ ਫਿਰ ਥਾਣੇਸਰ ਉਸਦੀ ਟੱਕਰ ਹੋਈ। ਦੋਹਾਂ ਥਾਈਂ ਮੇਵਾਤੀ ਦਾ ਪੱਲਾ ਭਾਰਾ ਰਿਹਾ। ਵਿਨੋਦ ਸਿੰਘ ਅਤੇ ਰਾਮ ਸਿੰਘ ਪਿੱਛੇ ਹਟ ਗਏ। ਉਸ ਨੇ ਦੋਵਾਂ ਥਾਵਾਂ ਤੇ ਕਬਜ਼ਾ ਕਰਕੇ ਆਪਣੇ ਫੌਜੀ ਅੱਡੇ ਕਾਇਮ ਕਰ ਦਿੱਤੇ। ਮਾਰੇ ਗਏ ਸਿੱਖਾਂ ਦੇ ਸਿਰ ਉਸ ਨੇ ਸੜਕ ਦੇ ਦੋਹੀਂ ਪਾਸੀਂ ਰੁੱਖਾਂ ਨਾਲ ਟੰਗ ਦਿੱਤੇ ਤਾਂ ਕਿ ਆਉਂਦੇ ਜਾਂਦੇ ਹੋਰ ਲੋਕਾਂ ਸਮੇਤ ਪਾਤਸ਼ਾਹ ਇਸ ਪਾਸੇ ਨੂੰ ਆਉਂਦਾ ਹੋਇਆ ਉਸਦੀ ਕਾਰਗੁਜ਼ਾਰੀ ਅਤੇ ਬਹਾਦਰੀ ਦਾ ਸਬੂਤ ਅੱਖੀਂ ਵੇਖ ਲਵੇ। ਯਾਦ ਰਹੇ ਕਿ ਇਹ ਜੰਗਜੂ ਸਿੱਖਾਂ ਦੇ ਸਿਰ ਨਹੀਂ ਸਨ, ਸਗੋਂ ਬਹੁਤੇ ਸਿਰ ਪਿੰਡਾਂ 'ਚੋਂ ਨਵ ਸਜੇ ਸਿੱਖਾਂ ਦੇ ਸਨ, ਜਿਨ੍ਹਾਂ ਨੂੰ ਕਤਲ ਕਰਕੇ ਸਿਰ ਟੰਗੇ ਗਏ ਤਾਂ ਕਿ ਲੋਕ ਭੈਭੀਤ ਹੋਣ ਅਤੇ ਸਿੰਘ ਸੱਜ ਕੇ ਬੰਦਾ ਸਿੰਘ ਨਾਲ ਨਾ ਮਿਲਣ। ਥਾਣੇਸਰ ਤੋਂ ਅੱਗੇ ਮੇਵਾਤੀ ਸ਼ਾਹਬਾਦ ਵੱਲ ਵਧਿਆ ਅਤੇ ਲੜਾਈ ਪਿੱਛੋਂ ਇਸ ਨੂੰ ਜਿੱਤ ਕੇ ਕਾਬੂ ਕਰ ਲਿਆ। ਬਾਦਸ਼ਾਹ ਵੀ ਕੂਚ ਕਰਦਾ ਹੋਇਆ ਪਿੱਛੇ ਆ ਰਿਹਾ ਸੀ। ਨਵੰਬਰ 1710 ਈਸਵੀ ਵਿੱਚ ਉਹ ਪਾਣੀਪਤ, ਕਰਨਾਲ, ਥਾਣੇਸਰ ਥਾਣੀ ਹੁੰਦਾ ਹੋਇਆ ਸ਼ਾਹਬਾਦ ਅੱਪੜ ਗਿਆ। ਉਸ ਨੇ ਬਰਾੜੇ ਆਪਣਾ ਤੰਬੂ ਲਾ ਲਿਆ। 1 ਮਹੀਨੇ ਵਿੱਚ ਉਸ ਨੇ ਸਿਰਫ 150 ਕਿਲੋਮੀਟਰ ਦਾ ਪੰਧ ਮੁਕਾਇਆ। ਦਸੰਬਰ 1710 ਈਸਵੀ ਦੇ ਆਰੰਭ ਵਿੱਚ ਉਹ ਵੱਧ ਕੇ ਸਢੌਰੇ ਆ ਗਿਆ ਅਤੇ ਸਢੌਰੇ ਨੂੰ ਆਪਣੀ ਮੁਹਿੰਮ ਦਾ ਕੈਂਪ ਬਣਾ ਲਿਆ। ਸ਼ਮਸ਼ ਖਾਂ ਨੇ ਸਰਹੰਦ ਦੇ ਦੁਆਲੇ ਦੇ ਵਸਦੇ ਸਿੱਖਾਂ ਨੂੰ ਕਤਲ ਕਰਕੇ ਉਹਨਾਂ ਦਾ 300 ਸਿਰ ਬਾਦਸ਼ਾਹ ਪਾਸ ਸਢੌਰੇ ਪੁੱਜਦਾ ਕੀਤਾ। ਫਿਰੋਜ਼ ਖਾਂ ਮੇਵਾਤੀ ਨੂੰ ਇੱਕ ਨਵਾਂ ਹੋਰ ਹੁਕਮ ਮਿਲਿਆ ਕਿ ਮੁੜ ਸ਼ਾਹੀ ਕਬਜ਼ੇ ਵਿੱਚ ਆਏ ਇਲਾਕਿਆਂ ਵਿੱਚੋਂ ਸਿੱਖਾਂ ਦੇ ਥਾਣੇ ਉਠਾ ਦੇਵੇ ਅਤੇ ਦਿੱਲੀ ਸਰਕਾਰ ਦੇ ਥਾਣੇ ਮੁੜ ਬਹਾਲ ਕਰੇ। ਫਿਰੋਜ਼ ਖਾਂ ਨੇ ਬੜੀ ਫੁਰਤੀ ਨਾਲ ਇਹ ਹੁਕਮ ਪੂਰਾ ਕੀਤਾ ਅਤੇ ਮੁਗਲ ਰਾਜ ਇੱਕ ਵਾਰ ਫਿਰ ਕਾਇਮ ਹੋ ਗਿਆ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 77 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।